Hello students, welcome in the next lecture of biodiversity and its conservation. So next topic is very simple, that is the conservation of biodiversity. So बेटे सब तो पहला ਅਸੀਂ डिस्कस करांगे कि what is the meaning of word conservation. Conservation means the management of biodiversity in such a way that it yield greatest benefit to the present generation and maintain its potential for the future generation. सो देखो बेटे मीनिंग बहुत ही आसान है कि जो प्रेजेंट जनरेशन है जिस तरह तुसी हो मैं वा या जो भी इंसान दुनिया 'ਚ ਰਹਿ ਰਿਹਾ ਜ਼ਿੰਦਗੀ ਜੀਣ ਦੇ ਲਈ ਹਰ ਇੱਕ ਨੂੰ ਬਾਇਓਡਾਇਵਰਸਿਟੀ ਦੇ ਪ੍ਰੋਡਕਟਸ ਦੀ ਜ਼ਰੂਰਤ ਪੈਂਦੀ ਇਸ ਕਰਕੇ ਵੀ ਸਾਨੂੰ ਇਹ ਜੋ ਸਪੀਸ਼ੀਜ਼ ਦੀ ਡਾਇਵਰਸਿਟੀ ਨੂੰ ਬਚਾਉਣ ਦੀ ਜ਼ਰੂਰਤ ਹੈ ਐਂਡ ਐਟ ਦਾ ਸੇਮ ਟਾਈਮ ਜੇ ਅਸੀਂ ਇਹ ਸੋਚੀਏ ਕਿ ਕੱਲ੍ਹ ਨੂੰ ਸਾਡੀਆਂ ਨੈਕਸਟ ਜਨਰੇਸ਼ਨਸ ਆਉਣਗੀਆਂ ਜਿਸ ਤਰ੍ਹਾਂ ਮੈਂ ਐਜ਼ ਅ ਪੇਰੈਂਟ ਇਹ ਫੀਲ ਕਰ ਸਕਦਾ ਕਿ ਮੇਰੇ ਬੱਚੇ ਵੀ ਬਿਨਾਂ ਦੂਸਰੀਆਂ ਸਪੀਸ਼ੀਜ਼ ਦੇ ਕਿਸ ਤਰ੍ਹਾਂ ਅਰਥ ਉੱਪਰ ਜ਼ਿੰਦਾ ਰਹਿ ਸਕਦੇ ਹੈ। ਸੋ ਬੇਟੇ ਜੇ ਮੈਂ ਉਹਨਾਂ ਨਾਲ ਪਿਆਰ ਕਰਦਾ ਤਾਂ ਜ਼ਰੂਰ ਉਹਨਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਾਂਗਾ। ਇਸ ਕਰਕੇ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਵੀ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨ ਦੀ ਜ਼ਰੂਰਤ ਹੈ ਤਾਂ ਕਿ ਬਾਇਓਡਾਇਵਰਸਿਟੀ ਦਾ ਪੋਟੈਂਸ਼ੀਅਲ ਬਣਿਆ ਰਹੇ ਔਰ ਇਹ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਇਸ ਤਰ੍ਹਾਂ ਹੀ ਸਰਵ ਕਰਦੀ ਰਹੇ ਜਿਸ ਤਰ੍ਹਾਂ ਅੱਜ ਸਾਨੂੰ ਕਰ ਰਹੀ ਹੈ। ਓਕੇ ਸੋ ਬੇਟੇ ਵਾਈ ਸ਼ੁੱਡ ਵੀ ਕੰਜ਼ਰਵ ਬਾਇਓਡਾਇਵਰਸਿਟੀ ਅਗੇਨ ਇਹੀ ਚੀਜ਼ ਅਸੀਂ ਬਾਰ-ਬਾਰ ਦੁਹਰਾ ਰਹੇ ਹਾਂ। ਇਹਦੇ 'ਚ ਨੰਬਰ 1 ਜੋ ਰੀਜ਼ਨ ਡਿਸਕਸ ਕੀਤਾ ਗਿਆ ਹੈ ਕਿ ਬਹੁਤ ਸਾਰੇ ਇਕੋਲੋਜੀਕਲ ਪ੍ਰੋਸੈਸਿਸ ਹੈ ਜਾਂ ਲਾਈਫ ਸਪੋਰਟਿੰਗ ਸਿਸਟਮਸ ਹੈ ਜੋ ਬਾਇਓਡਾਇਵਰਸਿਟੀ ਕਰਕੇ ਹੀ ਪੋਸੀਬਲ ਹੈ। ਦੇਖੋ ਲਾਈਫ ਸਪੋਰਟਿੰਗ ਸਿਸਟਮਸ ਦਾ ਮੀਨਿੰਗ ਹੈ ਕਿ ਜ਼ਿੰਦਗੀ ਜੀਣ ਦੇ ਲਈ ਅਸੀਂ ਰੋਜ਼ ਰਿਸਪਾਇਰ ਕਰਦੇ ਹਾਂ। ਦੇਖੋ ਡਿਊਰਿੰਗ ਦਾ ਰੈਸਪੀਰੇਸ਼ਨ ਆਵਰ ਬਾਡੀ may perform exchange of gases and for that we regularly need the supply of oxygen and that oxygen is provided by the biodiversity. Okay students, so ਇਸ ਤੋਂ ਇਲਾਵਾ ਬੇਟੇ ਫੂਡ ਹੋ ਗਿਆ ਹੈ ਨਾ ਜਾਂ ਜੋ ਟੈਂਪਰੇਚਰ ਹੈ ਉਹਨੂੰ ਮੇਨਟੇਨ ਕਰਕੇ ਰੱਖਣਾ। ਦੇਖੋ ਇਹ ਸਭ ਲਿਵਿੰਗ ਆਰਗੈਨਿਜ਼ਮਸ ਦੀਆਂ ਸਪੀਸ਼ੀਜ਼ ਦੇ ਕਰਕੇ ਹੀ ਪੋਸੀਬਲ ਹੈ। ਓਕੇ ਸੈਕੰਡ ਇਜ਼ ਟੂ ਪ੍ਰੀਜ਼ਰਵ ਡਾਇਵਰਸਿਟੀ ਆਫ ਸਪੀਸ਼ੀਜ਼ ਐਂਡ देयर ਜੈਨੇਟਿਕ ਮਟੀਰੀਅਲ। ਦੇਖੋ ਜੈਨੇਟਿਕ ਮਟੀਰੀਅਲ ਦੀ ਗੱਲ ਬੇਟੇ ਸਮਝਣਾ ਬਹੁਤ ਹੀ ਆਸਾਨ ਹੈ। ਤੁਸੀਂ ਜੈਨੇਟਿਕਸ ਵੀ ਪੜ੍ਹ ਚੁੱਕੇ ਹੋ ਔਰ ਤੁਹਾਨੂੰ ਇਹ ਚੀਜ਼ ਦਾ ਅੰਦਾਜ਼ਾ ਵੀ ਲੱਗ ਗਿਆ ਕਿ ਹਰ ਇੱਕ ਸਪੀਸ਼ੀਜ਼ ਦੇ ਕੋਲ ਆਪਣਾ ਇੱਕ ਸੈਪਰੇਟ ਡਿਫਰੈਂਟ ਸੈਟ ਆਫ ਜੀਨਸ ਹੈ। ਇਟ ਮੀਨਸ ਕਿ ਕੁਝ ਇਸ ਤਰ੍ਹਾਂ ਦੀਆਂ ਜੀਨਸ ਹਰ ਸਪੀਸ਼ੀਜ਼ ਦੇ ਕੋਲ ਹੈ ਜੋ ਕਿਸੇ ਦੂਸਰੇ ਸਪੀਸ਼ੀਜ਼ ਦੇ ਨਾਲ ਮੈਚ ਨਹੀਂ ਕਰਦੀਆਂ ਔਰ ਇਹੀ ਜੀਨਸ ਉਸ ਸਪੀਸ਼ੀਜ਼ ਨੂੰ ਯੂਨੀਕ ਵੀ ਬਣਾਉਂਦੀਆਂ। ਬੇਟੇ ਇਨਸਾਨ ਚਾਹ ਕੇ ਵੀ ਜੀਨਸ ਆਪਣੇ ਆਪ ਡਿਜ਼ਾਈਨ ਨਹੀਂ ਕਰ ਸਕਦਾ। ਅਸੀਂ ਕਿਸੇ ਜੀਨ ਦੀ ਕਾਪੀ ਦਾ ਬਣਾ ਸਕਦੇ ਹਾਂ ਲੇਕਿਨ ਇਹ ਚਾਹੀਏ ਕਿ ਇਹ ਜੀਨ ਅਸੀਂ ਤਿਆਰ ਕਰ ਲਈ ਔਰ ਉਸ ਜੀਨ ਦੇ ਨਾਲ ਇਸ ਤਰ੍ਹਾਂ ਦਾ ਪ੍ਰੋਡਕਟ ਤਿਆਰ ਕਰ ਲਈ। ਇਟਸ ਨਾਟ ਦਾ ਈਜ਼ੀ ਟਾਸਕ। ਜੋ ਨੇਚਰ 'ਚ ਸਾਡੇ ਕੋਲ ਜੀਨਸ ਦੀ ਵੈਰਾਈਟੀ ਅਵੇਲੇਬਲ ਹੈ ਅਸੀਂ ਉਹਦੇ ਨਾਲ ਤੇ ਪਲੇ ਕਰ ਸਕਦੇ ਹਾਂ ਲੇਕਿਨ ਇੱਕ ਜੀਨ ਨੂੰ ਡਿਵੈਲਪ ਕਰਨਾ ਸ਼ਾਇਦ ਸਾਡੇ ਦੁਆਰਾ ਪੋਸੀਬਲ ਨਹੀਂ ਹੈ। ਸੋ ਮੈਂ ਬੜੇ ਨਵੀਂ ਜੀਨ ਨੂੰ ਡਿਜ਼ਾਈਨ ਕਰਨ ਦੀ ਗੱਲ ਕਰ ਰਿਹਾ। ਸੋ ਦੇਖੋ ਨੇਚਰ ਨੇ ਜੋ ਸਾਨੂੰ ਨੈਚੁਰਲ ਵੈਲਥ ਦਿੱਤੀ ਹੈ ਡਿਫਰੈਂਟ ਤਰ੍ਹਾਂ ਦੀਆਂ ਜੀਨਸ ਅਲੱਗ-ਅਲੱਗ ਸਪੀਸ਼ੀਜ਼ ਦੇ ਵਿੱਚ ਪ੍ਰੈਜ਼ੈਂਟ ਹੈ। ਇੱਕ ਤਰ੍ਹਾਂ ਦੀ ਨੈਚੁਰਲ ਵੈਲਥ ਹੈ ਔਰ ਬੇਟੇ ਇਹ ਇੱਕ ਨਹੀਂ ਦੋ ਨਹੀਂ ਕਈ ਕਰੋੜ ਸਾਲ ਦੀ ਨੇਚਰ ਦੀ ਮਿਹਨਤ ਦਾ ਰਿਜ਼ਲਟ ਹੈ। ਦੈਟ ਇਜ਼ ਅ ਲੌਂਗ ਜਰਨੀ ਆਫ ਐਵੋਲੂਸ਼ਨ ਔਰ ਬੇਟੇ ਜੀਨਸ ਦੇ ਸੈੱਟ ਨੂੰ ਸੰਭਾਲਣ ਦੀ ਜ਼ਰੂਰਤ ਹੈ। ਜੇ ਸਾਡੇ ਕੋਲ ਜੀਨਸ ਦੀ ਅਵੇਲੇਬਿਲਿਟੀ ਹੋਏਗੀ ਤੇ ਫਿਰ ਅਸੀਂ ਆਰਗੈਨਿਜ਼ਮਸ 'ਚ ਜੈਨੇਟਿਕ ਮੈਨੀਪੂਲੇਸ਼ਨਸ ਵੀ ਕਰ ਪਾਵਾਂਗੇ ਜਿਸ ਤਰ੍ਹਾਂ ਕਿ ਬਾਇਓਟੈਕਨੋਲੋਜੀ 'ਚ ਅਸੀਂ ਅੱਗੇ ਜਾ ਕੇ ਆਪਣੇ ਸਿਲੇਬਸ 'ਚ ਪੜ੍ਹਾਂਗੇ ਕਿ ਇੱਕ ਪਰਟੀਕੂਲਰ ਆਰਗੈਨਿਜ਼ਮ ਦੀ ਬਾਡੀ ਦੀਆਂ ਜੀਨਸ ਅਸੀਂ ਕਿਸ ਤਰ੍ਹਾਂ ਦੂਸਰੇ ਕਿਸੇ ਸਪੀਸ਼ੀਜ਼ ਦੇ ਅੰਦਰ ਇੰਟਰੋਡਿਊਸ ਕਰ ਦਿੰਦੇ ਹਾਂ ਔਰ ਦੈਨ ਉਸ ਸਪੀਸ਼ੀਜ਼ ਦੇ ਅੰਦਰ ਵੀ ਉਸ ਜੈਨੇਟਿਕ ਪ੍ਰੋਡਕਟ ਨੂੰ ਅਸੀਂ ਇੰਜੋਏ ਕਰਦੇ ਹਾਂ। ਫੋਰ ਐਗਜ਼ਾਮਪਲ ਬੇਟੇ ਹਿਊਮਨਸ ਦੀ ਬਾਡੀ 'ਚ ਪ੍ਰੈਜ਼ੈਂਟ ਇਨਸੂਲਿਨ ਕੋਡਿੰਗ ਜੀਨ ਹੈ ਨਾ। ਇਨਸੂਲਿਨ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ। ਇਨਸੂਲਿਨ ਕੋਡਿੰਗ ਜੀਨ ਜੋ ਕਿ ਹਿਊਮਨਸ ਦੇ ਜੀਨੋਮ ਦੇ ਅੰਦਰ ਪ੍ਰੈਜ਼ੈਂਟ ਹੈ ਲੇਕਿਨ ਬੇਟੇ ਇਹ ਬੈਕਟੀਰੀਆ ਈਕੋਲਾਈ ਦੇ ਜੀਨੋਮ 'ਚ ਪ੍ਰੈਜ਼ੈਂਟ ਨਹੀਂ ਹੈ। ਬਾਇਓਟੈਕਨੋਲੋਜੀ ਦੀ ਹੈਲਪ ਦੇ ਨਾਲ ਅਸੀਂ ਹਿਊਮਨਸ ਦੇ ਜੀਨੋਮ ਦੇ ਵਿੱਚੋਂ ਇਹ ਜੀਨ ਲੈ ਕੇ ਬੈਕਟੀਰੀਆ ਦੇ ਅੰਦਰ ਟਰਾਂਸਫਰ ਕਰ ਦਿੰਦੇ ਹਾਂ ਔਰ ਬੈਕਟੀਰੀਆ ਕੀ ਬਣਾਉਣਾ ਸ਼ੁਰੂ ਕਰ ਦਿੰਦਾ ਇਨਸੂਲਿਨ। ਔਰ ਇਨਸੂਲਿਨ ਬੇਟੇ ਜਿੰਨਾ ਵੀ ਮਾਰਕੀਟ 'ਚ ਆ ਰਿਹਾ ਦੇਖੋ ਇਹ ਸਾਰੇ ਦਾ ਸਾਰਾ ਬੈਕਟੀਰੀਅਲ ਸਪੀਸ਼ੀਜ਼ ਈਕੋਲਾਈ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ। ਹਾਲਾਂਕਿ ਨੇਚਰ ਨੇ ਇਹ ਵਾਲੀ ਜੋ ਕਾਬਲੀਅਤ ਹੈ ਈਕੋਲਾਈ ਨੂੰ ਨਹੀਂ ਦਿੱਤੀ
लेकिन इंसान ने अपनी समझ बूझ ਦੇ ਨਾਲ ਇੱਕ ਜੀਨ ਨੂੰ ਟਰਾਂਸਫਰ ਕਰਕੇ ਉਹਦੇ ਫੀਚਰ ਨੂੰ ਕਿਸ ਤਰ੍ਹਾਂ ਚੇਂਜ ਕਰ ਲਿਆ। ਪਰ ਬੇਟੇ ਜੇ ਜੀਨ ਅਵੇਲੇਬਲ ਹੀ ਨਾ ਹੁੰਦੀ, ਇਹ ਤਾਂ ਮੈਂ ਉਸ ਜੀਨ ਦਾ ਨਾਮ ਲਿਆ ਜੋ ਹਿਊਮਨ ਦੇ ਜੀਨੋਮ 'ਚ ਪ੍ਰੈਜ਼ੈਂਟ ਹੈ, ਬਟ ਇਸ ਤਰ੍ਹਾਂ ਦੀਆਂ ਅਣਗਿਣਤ ਜੀਨਸ ਹੈ ਜੋ ਅਸੀਂ ਦੂਸਰੀਆਂ ਸਪੀਸ਼ੀਜ਼ 'ਚੋਂ ਲੈ ਕੇ ਇਸਤੇਮਾਲ ਕਰਦੇ ਹਾਂ। ਔਰ ਤੁਸੀਂ ਇਸ ਤਰ੍ਹਾਂ ਦੀਆਂ ਵੰਡਰਫੁਲ ਜੀਨਸ ਦੇ ਬਾਰੇ ਅੱਗੇ ਜਾ ਕੇ ਪੜ੍ਹੋਗੇ ਵੀ। ਸੋ ਬਹੁਤ ਹੀ ਇੰਟਰਸਟਿੰਗ ਇਹ ਯੂਨਿਟ ਹੋਏਗਾ। ਸੋ ਫਿਲਹਾਲ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਜਿਸ ਸਪੀਸ਼ੀਜ਼ ਨੂੰ ਬਚਾਵਾਂਗੇ ਉਹਨਾਂ ਦੀਆਂ ਜੀਨਸ ਵੀ ਬਚਾ ਲਾਂਗੇ, ਔਰ ਇਸੇ ਜੀਨਸ ਦੇ ਨਾਲ ਫਿਰ ਅਸੀਂ ਅੱਗੋਂ ਜਾ ਕੇ ਅਲੱਗ-ਅਲੱਗ ਤਰ੍ਹਾਂ ਦੇ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮਸ ਜੋ ਹੈ ਉਹ ਤਿਆਰ ਕਰ ਪਾਵਾਂਗੇ। ਸਾਡੇ ਕੋਲ ਸਪੀਸ਼ੀਜ਼ ਇੰਪਰੂਵਮੈਂਟ ਦਾ ਸਕੋਪ ਬਣਿਆ ਹੀ ਰਹੇਗਾ। ਓਕੇ, ਸੋ ਨੈਕਸਟ ਇਜ਼ to make sure that species and ecosystems are able to support life in urban as well as rural areas for a very long time. So बहुत ही बड़े simple point सी। इस तरह के काफ़ी सारे reasons है। reasons ਨੂੰ 3 broad categories ਚ divide ਕੀਤਾ ਜਾਂਦਾ। narrowly utilitarian, broadly utilitarian and ethical reasons, ethical causes। ਦੇਖੋ ਬੇਸਿਕਲੀ ਇਹ ਜੋ ਰੀਜ਼ਨਸ ਹੈ ਇਹ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਅਲੱਗ-ਅਲੱਗ ਲੋਕਾਂ ਦੁਆਰਾ ਦਿੱਤੇ ਗਏ ਵਿਊ ਪੁਆਇੰਟਸ ਹੈ। ਮੰਨ ਲਓ ਕਿ ਤੁਸੀਂ ਮੈਨੂੰ ਪੁੱਛਦੇ ਹੋ ਕਿ ਸਪੀਸ਼ੀਜ਼ ਨੂੰ ਬਚਾਉਣ ਦੀ ਕਿਉਂ ਜ਼ਰੂਰਤ ਹੈ, ਤੁਹਾਡਾ ਕੀ ਓਪੀਨੀਅਨ ਹੈ, ਤਾਂ ਮੈਂ ਬੜੇ ਆਪਣੀ ਗੱਲ ਬੋਲਾਂਗਾ ਕਿ ਦੇਖੋ ਇਨਸਾਨ ਲਾਲਚੀ ਹੈ, ਮਤਲਬੀ ਹੈ, ਹਰ ਚੀਜ਼ 'ਚ ਅਸੀਂ ਫਾਇਦਾ ਦੇਖਦੇ ਹਾਂ। ਮੈਂ ਬੋਲਾਂਗਾ ਨੈਰੋਲੀ ਯੂਟਿਲਿਟੇਰੀਅਨ ਮੰਨ ਲਓ ਮੇਰੀ ਸੋਚ ਹੈ, ਔਰ ਮੈਂ ਬੋਲਾਂਗਾ ਜੀ ਦੇਖੋ ਜ਼ਿੰਦਗੀ ਜੀਣ ਦੇ ਲਈ ਮੈਨੂੰ ਰੋਜ਼ਮर्रा ਦੀ ਲਾਈਫ 'ਚ ਬਹੁਤ ਸਾਰਾ ਖਾਣਾ ਵੀ ਚਾਹੀਦਾ ਜੋ ਮੈਨੂੰ ਬਾਇਓਡਾਇਵਰਸਿਟੀ ਦੀਆਂ ਸਪੀਸ਼ੀਜ਼ 'ਚ ਮਿਲ ਰਿਹਾ ਹੈ ਨਾ। ਮੈਨੂੰ ਦੇਖੋ ਸੀਰੀਅਲਸ ਮਿਲ ਰਹੇ ਆ, ਪਲਸਿਸ ਮਿਲ ਰਹੇ ਆ, ਫਰੂਟਸ ਮਿਲ ਰਹੇ ਆ, ਜਾਂ ਫਿਰ ਜਲਾਉਣ ਦੇ ਲਈ ਲੱਕੜੀ ਵੀ ਮੈਨੂੰ ਇਹ ਸਪੀਸ਼ੀਜ਼ 'ਚ ਮਿਲਦੀ ਹੈ, ਕੱਪੜੇ ਬਣਾਉਣ ਲਈ ਫਾਈਬਰਸ ਵੀ ਮਿਲਦੀ ਹੈ, ਕੰਸਟਰਕਸ਼ਨ ਮਟੀਰੀਅਲ ਵੀ ਮਿਲਦਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਇੰਡਸਟਰੀਅਲ ਪ੍ਰੋਡਕਟਸ ਵੀ ਆਪਣੀ ਲਾਈਫ 'ਚ ਇਸਤੇਮਾਲ ਕਰਦਾ, ਜਿਸ ਤਰ੍ਹਾਂ ਕਿ ਟੈਨਿਨਸ ਹੈ, ਲੂਬਰੀਕੈਂਟਸ ਹੈ, ਕੁਛ ਡਾਈਜ਼ ਹੈ, ਰੇਜ਼ਨਸ ਹੈ, ਪਰਫਿਊਮਸ ਹੈ, ਔਰ ਅਬਵ ਆਲ ਅੱਜ ਕੱਲ੍ਹ ਦੀ ਡੇਟ 'ਚ ਤੇ ਬੇਟੇ ਮੈਡੀਸਿਨਸ ਵੀ ਬਹੁਤ ਜ਼ਿਆਦਾ ਅਸੀਂ ਦੂਸਰੀਆਂ ਸਪੀਸ਼ੀਜ਼ ਤੋਂ ਹੀ ਓਬਟੇਨ ਕਰਦੇ ਹਾਂ। ਸੋ ਮੀਨਸ ਕਿ ਮੇਰੀ ਸੋਚ ਸਿਰਫ ਇਹੀ ਹੈ ਕਿ ਸਪੀਸ਼ੀਜ਼ ਤੋਂ ਮੈਨੂੰ ਪ੍ਰੋਡਕਟਸ ਮਿਲਦੇ ਆ ਜਿਸ 'ਚ ਮੈਨੂੰ ਆਪਣਾ ਫਾਇਦਾ ਦਿਖਾਈ ਦਿੰਦਾ ਹੈ, ਔਰ ਇਸ ਤਰ੍ਹਾਂ ਦੀ ਸੋਚ ਨੂੰ ਜੇ ਅਸੀਂ ਰੱਖੀਏ ਤਾਂ ਇਹਨੂੰ ਬੋਲਾਂਗੇ ਨੈਰੋਲੀ ਯੂਟਿਲਿਟੇਰੀਅਨ, ਜਿਹਦੇ 'ਚ ਆਪਣੇ ਫਾਇਦੇ ਦੇ ਕਰਕੇ ਸਾਨੂੰ ਸਪੀਸ਼ੀਜ਼ ਨੂੰ ਬਚਾਉਣ ਦੀ ਜ਼ਰੂਰਤ ਹੈ, ਅਸੀਂ ਇਸ ਤਰ੍ਹਾਂ ਸੋਚਦੇ ਹਾਂ। ਸੋ ਕੋਈ ਗੱਲ ਨਹੀਂ ਬੇਟੇ, ਇਹ ਵੀ ਕੋਈ ਗਲਤ ਗੱਲ ਨਹੀਂ ਹੈ। ਐਟਲੀਸਟ ਅਸੀਂ ਸਪੀਸ਼ੀਜ਼ ਨੂੰ ਬਚਾਉਣ ਦੀ ਗੱਲ ਤਾਂ ਕਰ ਹੀ ਰਹੇ ਹਾਂ ਨਾ। ਔਰ ਇਹ 'ਚ ਹੋਰ ਜ਼ਿਆਦਾ ਅਸੀਂ ਕਈ ਤਰ੍ਹਾਂ ਦੀਆਂ ਅੱਗੇ ਐਡੀਸ਼ਨਸ ਦੇਖਦੇ ਹਾਂ, ਤੁਹਾਡੇ ਨੋਟਸ 'ਚ ਵੀ ਕੀਤੀਆਂ, NCERT 'ਚ ਵੀ ਸੀਗੀਆਂ ਕਿ more than 25% of the drugs currently sold in the market worldwide are derived from plants, and 25,000 species of plants contribute to the traditional medicines used by native people around the world. ਸੋ ਬੇਟੀ ਇੱਕ ਅੰਦਾਜ਼ਾ ਲਗਾਉਣ ਦੀ ਟਰਾਈ ਕੀਤੀ ਹੈ ਕਿ ਕਿੰਨੇ ਕੁ ਪਰਸੈਂਟ ਹੈ ਨਾ ਜੋ ਪਲਾਂਟਸ ਹੈ ਉਹ ਮੈਡੀਸਿਨਸ ਦੀ ਕੰਟਰੀਬਿਊਸ਼ਨ ਦਿੰਦੇ ਆ ਸਾਡੀ ਰੋਜ਼ਮर्रा ਦੀ ਲਾਈਫ 'ਚ, ਹੈ ਨਾ। ਔਰ ਦੇਖੋ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਂਟਸ ਵੀ ਮੈਡੀਸਨਲ ਅੱਜ ਵੀ ਅਵੇਲੇਬਲ ਹੈ ਫੋਰੈਸਟ ਏਰੀਆਜ਼ 'ਚ, ਜਿਨ੍ਹਾਂ ਬਾਰੇ ਅਸੀਂ ਬਿਲਕੁਲ ਨਹੀਂ ਜਾਣਦੇ। ਔਰ ਬੇਟੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਡਿਸੀਜ਼ਸ ਨੇ ਜਿਨ੍ਹਾਂ ਤੋਂ ਇਨਸਾਨ ਬਹੁਤ ਡਰਦਾ ਹੈ। ਦੇਖੋ ਕੈਂਸਰ ਅੱਜ ਦੀ ਡੇਟ 'ਚ ਇੱਕ ਬੜਾ ਵੱਡਾ ਫੀਅਰ ਫੈਕਟਰ ਹੈ ਨਾ, ਔਰ ਪੂਰੀ ਦੁਨੀਆ 'ਚ ਇਹ ਬਿਮਾਰੀ ਬੜੇ ਸਾਰੇ ਲੋਕਾਂ ਨੂੰ ਹੋ ਰਹੀ ਹੈ। ਔਰ ਜੇ ਬੇਟੇ ਇਹਦੀ ਪ੍ਰੋਪਰ ਮੈਡੀਸਿਨ ਸਾਨੂੰ ਮਿਲਦੇ ਹੈ ਨਾ, ਤਾਂ ਮੈਡੀਸਿਨ ਮਿਲੇਗੀ ਵੀ ਨੇਚਰ 'ਚੋਂ, ਸਪੀਸ਼ੀਜ਼ 'ਚੋਂ, ਕਿਸੇ ਨਾ ਕਿਸੇ ਸਪੀਸ਼ੀਜ਼ 'ਚ ਜ਼ਰੂਰ ਕੋਈ ਐਸਾ ਬਾਇਓਕੈਮੀਕਲ ਕੰਪਾਊਂਡ ਅਵੇਲੇਬਲ ਹੋਏਗਾ, ਲੇਕਿਨ ਇਨਸਾਨ ਦੀ ਨਜ਼ਰ 'ਚੋਂ ਅਜੇ ਉਹ ਬਚਿਆ ਹੋਇਆ ਕਿਉਂਕਿ ਸਪੀਸ਼ੀਜ਼ ਨੂੰ ਅਸੀਂ ਪੂਰੀ ਤਰ੍ਹਾਂ ਜੇ ਐਕਸਪਲੋਰ ਨਹੀਂ ਕੀਤਾ। ਲੇਕਿਨ ਬੇਟੇ ਡਰ ਵਾਲੀ ਗੱਲ ਇਹ ਹੈ ਕਿ ਐਕਸਪਲੋਰ ਕਰਨ ਤੋਂ ਪਹਿਲਾਂ ਹੀ ਕਿਤੇ ਸਪੀਸ਼ੀਜ਼ ਖਤਮ ਹੀ ਨਾ ਕਰ ਦਈਏ। ਜਿਸ ਤਰ੍ਹਾਂ ਅਸੀਂ ਡੀਫੋਰੈਸਟੇਸ਼ਨ ਕਰ ਰਹੇ ਹਾਂ, ਜੰਗਲਾਂ ਨੂੰ ਕੱਟ ਰਹੇ ਹਾਂ, ਹੋ ਸਕਦਾ ਹੈ ਕਿ ਜੰਗਲ ਇਸ ਤਰ੍ਹਾਂ ਬਰਬਾਦ ਕਰੀਏ, ਉਹਦੇ 'ਚ ਇਸ ਤਰ੍ਹਾਂ ਦੀਆਂ ਸਪੀਸ਼ੀਜ਼ ਨਸ਼ਟ ਕਰ ਦਈਏ ਅਨਨੋਇੰਗਲੀ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਕਦੇ ਦੇਖਿਆ ਹੀ ਨਹੀਂ ਸੀ, ਔਰ ਉਹਨਾਂ ਦੇ ਅੰਦਰ ਹੀ ਇਸ ਬਿਮਾਰੀ ਦੇ ਲਈ ਕੋਈ ਬਾਇਓਕੈਮੀਕਲ ਕੰਪਾਊਂਡ ਛੁਪਿਆ ਸੀਗਾ। ਸੋ ਮੀਨਸ ਜੋ ਫੋਰੈਸਟ ਏਰੀਆਜ਼ ਹੈ ਇਹਨਾਂ ਅੰਦਰ ਬਹੁਤ ਜ਼ਿਆਦਾ ਅਜੇ ਵੀ ਪੋਟੈਂਸ਼ੀਅਲ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਕੀਤਾ ਗਿਆ। ਔਰ ਇਸ ਚੀਜ਼ ਨੂੰ ਅਸੀਂ ਬੋਲਦੇ ਹਾਂ ਬਾਇਓ ਪ੍ਰੋਸਪੈਕਟਿੰਗ, ਯਾਨੀ ਕਿ ਜੋ ਬਾਇਓਡਾਇਵਰਸਿਟੀ ਉਹਦੇ ਬੜੇ ਲੌਂਗ ਪ੍ਰੋਸਪੈਕਟਸ ਹੈ, ਯਾਨੀ ਕਿ ਉਹਦੇ ਬੜੇ ਸਾਰੇ ਸਾਨੂੰ ਫਾਇਦੇ ਇਨ ਫਿਊਚਰ ਹੋ ਸਕਦੇ ਹੈ। ਸੋ ਇਹ ਸਭ ਚੀਜ਼ਾਂ ਬੇਟੇ ਜਿਹਦੇ 'ਚ ਅਸੀਂ ਬਾਰ-ਬਾਰ ਫਾਇਦੇ ਦੀ ਗੱਲ ਕਰਦੇ ਹਾਂ, ਇਕਨੋਮਿਕ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਫਰੋਮ ਦਾ ਡਾਇਵਰਸਿਟੀ ਆਫ ਸਪੀਸ਼ੀਜ਼, ਇਹਨੂੰ ਬੋਲਦੇ ਹਾਂ ਨੈਰੋਲੀ ਯੂਟਿਲਿਟੇਰੀਅਨ
concept or reasons. Now about the broadly utilitarian concepts. So बेटे ਇਹ 'ਚ ਇੱਕ broad thinking ਦੀ ਅਸੀਂ ਗੱਲ ਕਰਦੇ ਹਾਂ। ਮੰਨ ਲਓ ਮੈਂ ਇੱਕ ਤੁਹਾਨੂੰ ਕੁਐਸਚਨ ਪੁੱਛਦਾ ਕਿ ਹਰ ਰੋਜ਼ ਦੁਨੀਆ 'ਚ ਜਿੰਨੇ ਵੀ ਇਨਸਾਨ ਹੈ ਉਹ ਜਿੰਨੀ ਵੀ ਆਕਸੀਜਨ ਇੱਕ ਦਿਨ 'ਚ ਇਸਤੇਮਾਲ ਕਰਦੇ ਆ ਜਾਂ CO2 ਨੂੰ ਐਟਮੋਸਫੇਅਰ 'ਚ ਰਿਲੀਜ਼ ਕਰਦੇ ਆ। ਸੋ ਬੇਟੇ ਇਹ ਜੋ CO2 ਹੈ ਇਹਨੂੰ ਅੱਗੋਂ ਪਲਾਂਟਸ ਐਬਜ਼ੌਰਬ ਕਰਦੇ ਆ, ਬਦਲੇ 'ਚ ਆਕਸੀਜਨ ਰਿਲੀਜ਼ ਕਰਦੇ ਆ। ਜੇ ਪਲਾਂਟਸ ਦੀ ਬਾਇਓਡਾਇਵਰਸਿਟੀ ਨਾ ਹੋਵੇ ਜਾਂ ਜੋ ਵੀ ਫੋਟੋਸਿੰਥੈਟਿਕ ਆਰਗੈਨਿਜ਼ਮਸ ਦੀ ਬਾਇਓਡਾਇਵਰਸਿਟੀ ਨਾ ਅਵੇਲੇਬਲ ਹੋਵੇ ਤੇ ਫਿਰ ਬੇਟੇ ਇਸ ਆਕਸੀਜਨ ਦੀ ਕਾਸਟ ਕਿੰਨੀ ਹੋਏਗੀ, ਵੀ ਇੱਕ ਦਿਨ 'ਚ ਕਿੰਨੀ ਕੁ ਜ਼ਿਆਦਾ ਅਸੀਂ ਆਕਸੀਜਨ ਖਰਚ ਕਰ ਜਾਂਦੇ ਹਾਂ ਔਰ ਉਹਦਾ ਬਿੱਲ ਕਿੰਨਾ ਆਏਗਾ। ਦੇਖੋ ਅੰਦਾਜ਼ਾ ਲਗਾਇਆ ਜਾ ਸਕਦਾ। ਇੱਕ ਪੇਸ਼ੈਂਟ ਨੂੰ ਅਸੀਂ ਹਸਪੀਟਲ 'ਚ ਐਡਮਿਟ ਕਰਾਈਏ ਤੇ ਉਹਨੂੰ ਆਕਸੀਜਨ ਸਿਲੰਡਰ ਬੇਟੇ ਲਗਾਉਣਾ ਪੈ ਜਾਏ ਨਾ, ਤਾਂ ਬੇਟੇ ਦੇਖੋ ਬਿੱਲ ਕਿਸ ਤਰ੍ਹਾਂ ਬਣਦਾ ਐਂਡ ਵਿਦਿਨ ਫਿਊ ਡੇਜ਼ ਹੀ ਲੈਕਸ ਆਫ ਰੁਪੀਜ਼ ਦਾ ਬਿੱਲ ਬਣ ਜਾਂਦਾ ਵੀ ਇਹ ਤੁਹਾਡਾ ਆਕਸੀਜਨ ਸਿਲੰਡਰ ਦੇ ਪੈਸੇ ਹੈ, ਇਹਨੂੰ ਲਾਈਫ ਸਪੋਰਟ ਅਸੀਂ ਲਗਾਈ ਸੀ ਇਹਦੇ ਪੈਸੇ ਲੱਗ ਗਏ। ਸੋ ਮੀਨਸ ਇਹ ਜੋ ਅਸੀਂ ਨੇਚਰ ਦੇ ਵੱਲੋਂ ਦਿੱਤਾ ਗਿਆ ਇੱਕ ਬੇਸ਼ਕੀਮਤੀ ਗਿਫਟ ਹੈ ਉਹਨੂੰ ਜ਼ਾਇਆ ਕਰੀ ਜਾ ਰਹੇ ਹਨ ਔਰ ਉਹਨੂੰ ਗੰਦਾ ਵੀ ਦੇਖੋ ਕਿਸ ਤਰ੍ਹਾਂ ਕਰ ਰਹੇ ਹਾਂ। ਉਹਦੇ 'ਚ ਕਿਸ ਤਰ੍ਹਾਂ ਅਸੀਂ ਆਟੋਮੋਬਾਈਲ ਐਗਜ਼ੌਸਟ ਐਡ ਕਰਦੇ ਹਾਂ, ਇੰਡਸਟਰੀਅਲ ਪੋਲਿਊਟੈਂਟਸ ਨੂੰ ਐਡ ਕਰੀ ਜਾ ਰਹੇ ਹਾਂ। ਸੋ ਮੀਨਸ ਕਿ ਬਾਇਓਡਾਇਵਰਸਿਟੀ ਨੂੰ ਅਸੀਂ ਖਤਮ ਤਾਂ ਕਰ ਰਹੇ ਹਾਂ ਲੇਕਿਨ ਉਹਦੀ ਵੈਲਿਊ ਦਾ ਸਾਨੂੰ ਅੰਦਾਜ਼ਾ ਹੀ ਨਹੀਂ ਹੈ। ਇੱਕ ਆਮ ਇਨਸਾਨ ਉਹਦਾ ਅੰਦਾਜ਼ਾ ਲਗਾਉਣ ਦੇ ਕਾਬਿਲ ਹੀ ਨਹੀਂ ਹੈ ਨਾ। ਸੋ ਇਸ ਤਰ੍ਹਾਂ ਦੀ ਜੋ ਸੋਚ ਹੈ ਬੇਟੇ ਹੋ ਗਈ ਬ੍ਰੌਡਲੀ ਯੂਟਿਲਿਟੇਰੀਅਨ। ਦੇਖੋ ਜਿਵੇਂ ਪੂਰੀ ਦੁਨੀਆ 'ਚ ਪਲਾਂਟਸ ਹੈ ਉਹਨਾਂ ਦੇ ਫੁੱਲ ਖਿੜਦੇ ਆ, ਪੋਲੀਨੇਟਰਸ ਆਉਂਦੇ ਆ, ਉਹਨਾਂ ਦੇ ਪੋਲਨਸ ਨੂੰ ਟ੍ਰਾਂਸਫਰ ਕਰਦੇ ਆ ਤੇ ਜੇ ਬੇਟੇ ਉਹ ਟ੍ਰਾਂਸਫਰ ਨਾ ਕਰਨ ਤੇ ਸ਼ਾਇਦ ਇਹ ਵਾਲੀਆਂ ਜੋ ਸਪੀਸ਼ੀਜ਼ ਹੈ ਇਹਨਾਂ ਦੇ ਅੰਦਰ ਫਰੂਟ ਐਂਡ ਸੀਡ ਸੈਟ ਦਾ ਪ੍ਰੋਸੈਸ ਇਸ ਤਰ੍ਹਾਂ ਨਾਰਮਲੀ ਨਾ ਹੋ ਸਕੇ ਜਿਸ ਤਰ੍ਹਾਂ ਨਾਰਮਲੀ ਚੱਲਦਾ। ਔਰ ਬੇਟੇ ਜੇ ਮੰਨ ਲਓ ਸੀਡ ਸੈਟ ਨਹੀਂ ਹੁੰਦਾ ਸਪੀਸ਼ੀਜ਼ 'ਚ ਤੇ ਫਰਦਰ ਅੱਗੋਂ ਪਲਾਂਟਸ ਪੈਦਾ ਹੋਣੇ ਬੰਦ ਹੋ ਜਾਣਗੇ। ਤੇ ਜੇ ਇਨਸਾਨ ਨੂੰ ਇਹ ਸਰਵਿਸ ਕਰਨੀ ਪੈ ਜਾਏ ਪੋਲੀਨੇਸ਼ਨ ਦੀ ਤੇ ਸਾਨੂੰ ਕਿੰਨੇ ਪ੍ਰੋਫੈਸ਼ਨਲਸ ਨੂੰ ਹਾਇਰ ਕਰਨਾ ਪਏਗਾ ਔਰ ਕਿੰਨੀ ਜ਼ਿਆਦਾ ਲੇਬਰ ਪੇ ਕਰਨੀ ਪਏਗੀ ਇਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸੋ ਮੀਨਸ ਇਹ ਉਹ ਸਰਵਿਸਿਜ਼ ਹੈ ਜੋ ਨੇਚਰ ਸਾਨੂੰ ਫ੍ਰੀ ਆਫ ਕਾਸਟ ਦੇ ਰਿਹਾ। ਓਕੇ, ਸੋ ਬੇਟੇ ਇਸ ਕਰਕੇ ਨੇਚਰ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਔਰ ਸਾਰੀਆਂ ਸਪੀਸ਼ੀਜ਼ ਦੀ ਆਪਣੀ ਇੰਪੋਰਟੈਂਸ ਹੈ, ਉਹਨਾਂ ਨੂੰ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ। ਐਥੀਕਲ ਦੀ ਬੇਟੇ 'ਚ ਗੱਲ ਕਰੀਏ ਤੇ ਇੱਕ ਡਿਫਰੈਂਟ ਵਿਊ ਪੁਆਇੰਟ ਹੈ। ਦੇਖੋ ਸਪੋਜ਼ ਕਰੋ ਕਿ ਮੇਰੇ ਸਾਹਮਣੇ ਹੁਣ ਇੱਕ ਕਾਕਰੋਚ ਆਇਆ ਹੈ ਨਾ ਔਰ ਮੈਂ ਮਤਲਬ ਬਿਨਾਂ ਸੋਚੇ ਸਮਝੇ ਹੀ ਬਸ ਇਮੀਡੀਏਟਲੀ ਉਸ ਕਾਕਰੋਚ ਦੀ ਜਾਨ ਲੈ ਲਈ, ਉਹਨੂੰ ਮਾਰ ਦਿੱਤਾ। ਜਾਂ ਇਸ ਕਮਰੇ ਅੰਦਰ ਮੰਨ ਲਓ ਇੱਕ ਮਧੂਮੱਖੀ ਆ ਗਈ ਹੈ ਨਾ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੈਨੂੰ ਕਿਤੇ ਡੰਗ ਨਾ ਮਾਰ ਦੇ ਔਰ ਮੈਂ ਫਟਾਫਟ ਨੂੰ ਮਾਰਨ ਦੀ ਕੀਤੀ। ਸੋ ਬੇਟੇ ਦੇਖਿਆ ਜਾਏ ਤੇ ਜਿਹੜੀ ਇਹ ਅਰਥ ਹੈ ਇਹ ਸਿਰਫ ਇਨਸਾਨ ਦੇ ਜ਼ਿੰਦਾ ਰਹਿਣ ਲਈ ਨਹੀਂ ਬਣਾਈ। ਸੋ ਜੋ ਮਦਰ ਨੇਚਰ ਹੈ ਉਹਨੇ ਸਾਰੀਆਂ ਸਪੀਸ਼ੀਜ਼ ਨੂੰ ਪੈਦਾ ਕੀਤਾ ਔਰ ਹਰ ਇੱਕ ਨੂੰ ਓਨਾ ਹੀ ਜੀਣ ਦਾ ਹੱਕ ਹੈ ਜਿੰਨਾ ਕਿ ਇਨਸਾਨ ਨੂੰ ਹੈ। ਹਿਊਮਨ ਨੇਚਰ ਦੁਆਰਾ ਬਣਾਈ ਗਈ ਸਪੀਸ਼ੀਜ਼ ਦੀ ਡਾਇਵਰਸਿਟੀ ਦੇ ਵਿੱਚੋਂ ਜਸਟ ਇੱਕ ਸਪੀਸ਼ੀਜ਼ ਹੈ ਔਰ ਸਾਨੂੰ ਲੱਗਦਾ ਹੈ ਕਿ ਨਹੀਂ ਇਹ ਪੂਰੀ ਅਰਥ ਸਾਡੀ ਹੈ। ਦੇਖੋ ਆਪਣੀ ਮਰਜ਼ੀ ਨਾਲ ਆਪਾਂ ਪਲੋਟਿੰਗ ਕਰਦੇ ਹਾਂ, ਕॉलोनीज ਕੱਟਦੇ ਹਾਂ, ਉੱਥੇ ਦੇਖੋ ਘਰ ਬਣਾਈ ਜਾ ਰਹੇ ਲੋਕ ਹੈ ਨਾ ਔਰ ਉਸ ਜਿਹੜੀ ਜ਼ਮੀਨ ਹੈ ਉਹਦਾ ਟੁਕੜਾ ਆਪਣੇ ਨਾਮ 'ਤੇ ਅਸੀਂ ਲੀਗਲ ਡਾਕੂਮੈਂਟਸ ਬਣਵਾਉਂਦੇ ਹਾਂ ਵੀ ਇਹ ਪ੍ਰੋਪਰਟੀ ਮੇਰੀ ਹੈ, ਇਹਨੂੰ ਕੋਈ ਹੱਥ ਨਹੀਂ ਲਾ ਸਕਦਾ, ਇਹ ਸਾਡੇ ਦੇਸ਼ ਦੀ ਬਾਉਂਡਰੀ ਹੈ ਜੀ, ਇਸਕਾ 1 ਇੰਚ ਨਹੀਂ ਜਾਣੇ ਦੇਂਗੇ। ਔਰ ਬਾਰਡਰਸ 'ਤੇ ਬੈਠ ਕੇ ਕਿਸ ਤਰ੍ਹਾਂ ਅਸੀਂ ਲੜਾਈ ਕਰਦੇ ਹਾਂ ਔਰ ਬਹੁਤ ਹੀ ਜ਼ਿਆਦਾ ਹਾਈਪ ਕ੍ਰੀਏਟ ਕਰ ਦਿੰਦੇ ਹਾਂ। ਔਰ ਬੇਟੇ ਦੇਖੋ ਬਾਕੀ ਸਪੀਸ਼ੀਜ਼ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦੇ ਕਿ ਨਹੀਂ ਵੀ ਇਨਸਾਨ ਹੀ ਬਸ ਸੁਪੀਰੀਅਰ ਹੈ, ਬਾਕੀ ਸਭ ਐਵੇਂ ਹੀ ਹੈ, ਯਾਨੀ ਕਿ ਜ਼ਿੰਦਾ ਰਹਿਣ ਦਾ ਹੱਕ ਤਾਂ ਸਿਰਫ ਸਾਨੂੰ ਹੈ, ਬਾਕੀ ਤਾਂ ਸਾਰੇ ਐਵੇਂ ਹੀ ਹੈ। ਸੋ ਇਹ ਸੋਚ ਗਲਤ ਹੈ। ਦੇਖੋ ਅਸੀਂ ਵਾਰ-ਵਾਰ ਇਹ ਵੀ ਬੋਲਦੇ ਹਾਂ ਜੀ ਸਪੀਸ਼ੀਜ਼ ਕੈਨ ਨੈਵਰ ਲਿਵ ਇਨ ਆਈਸੋਲੇਸ਼ਨ। ਬੋਲਦੇ ਜ਼ਰੂਰ ਹੈ ਲੇਕਿਨ ਨਾਲ ਭੁੱਲ ਵੀ ਜਾਂਦੇ ਔਰ ਦੂਸਰੀਆਂ ਸਪੀਸ਼ੀਜ਼ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਪਰ ਇਹ ਵੀ ਨਹੀਂ ਸੋਚਦੇ ਕਿ ਜਿਹੜਾ ਇਹ ਰੂਲ ਹੈ ਕਿ ਸਪੀਸ਼ੀਜ਼ ਕੈਨ ਨੈਵਰ ਲਿਵ ਇਨ ਆਈਸੋਲੇਸ਼ਨ ਇਹ ਹਿਊਮਨਸ 'ਤੇ ਵੀ ਓਨਾ ਹੀ ਐਪਲੀਕੇਬਲ ਹੈ ਜਿੰਨਾ ਦੂਸਰਿਆਂ ਦੇ ਉੱਪਰ। ਅਸੀਂ ਵੀ ਤਾਂ ਇੱਕ ਸਪੀਸ਼ੀਜ਼ ਹਾਂ ਔਰ ਦੂਸਰੀਆਂ ਸਪੀਸ਼ੀਜ਼ ਤੋਂ ਬਿਨਾਂ ਅਸੀਂ ਕਿਸ ਤਰ੍ਹਾਂ ਜ਼ਿੰਦਾ ਰਹਿ ਸਕਦੇ ਹਾਂ। ਸੋ ਬੇਟੇ ਐਥੀਕਲੀ ਵੀ ਅਸੀਂ ਡਿਸਕਸ ਕਰਕੇ ਦੇਖ ਲਿਆ ਵੀ ਇਹ ਚੀਜ਼ ਗਲਤ ਹੈ। ਸੋ ਮੀਨਸ ਅਲੱਗ-ਅਲੱਗ ਰੀਜ਼ਨਸ ਔਰ ਵਿਊ ਪੁਆਇੰਟਸ ਅਸੀਂ ਡਿਸਕਸ ਕੀਤੇ ਜਿਹਦੇ 'ਚ ਨੈਰੋਲੀ ਯੂਟਿਲਿਟੇਰੀਅਨ, ਬ੍ਰੌਡਲੀ ਯੂਟਿਲਿਟੇਰੀਅਨ ਐਂਡ ਐਥੀਕਲ ਰੀਜ਼ਨਸ ਦੀ ਅਸੀਂ ਗੱਲ ਕੀਤੀ। ਹੁਣ ਬੇਟੇ ਦੇ ਬਾਅਦ ਅਸੀਂ ਠੀਕ ਹੈ ਰਿਅਲਾਈਜ਼ ਕਰ ਲਿਆ ਕਿ ਵਾਕਈ ਸਾਨੂੰ ਸਮਝ ਲੱਗ ਗਈ ਕਿ ਸਪੀਸ਼ੀਜ਼ ਨੂੰ ਬਚਾਉਣ ਦੀ ਜ਼ਰੂਰਤ ਹੈ, ਕੰਜ਼ਰਵ ਕਰਨ ਦੀ ਜ਼ਰੂਰਤ ਹੈ, ਲੇਕਿਨ ਕਿਸ ਤਰ੍ਹਾਂ ਹਾਊ ਡੂ ਵੀ
ਕੰਜ਼ਰਵ ਬਾਇਓਡਾਇਵਰਸਿਟੀ ਨੂੰ ਕਿਸ ਤਰ੍ਹਾਂ ਕੰਜ਼ਰਵ ਕੀਤਾ ਜਾ ਸਕਦਾ ਹੈ। ਠੀਕ ਹੈ, ਅਸੀਂ ਮਨ ਬਣਾ ਲਿਆ, ਹੁਣ ਦੱਸੋ ਵੀ ਇਹਨੂੰ ਕਰਨਾ ਕਿਸ ਤਰ੍ਹਾਂ ਹੈ ਨਾ। ਸੋ ਬੜੇ ਸਭ ਤੋਂ ਵਧੀਆ ਤਰੀਕਾ, ਬੈਸਟ ਵੇ ਤਾਂ ਇਹੋ ਹੀ ਹੈ ਕਿ ਜਿਸ ਜਗ੍ਹਾ ਤੇ ਸਪੀਸ਼ੀਜ਼ ਪਾਈਆਂ ਜਾਂਦੀਆਂ, ਯਾਨੀ ਕਿ ਉਹਨਾਂ ਦੇ ਨੈਚੁਰਲ ਹੈਬਿਟੈਟਸ ਹੈ ਨਾ, ਜਿੱਥੇ ਸਪੀਸ਼ੀਜ਼ ਨੇ ਜਨਮ ਲਿਆ, ਉੱਥੇ ਉਹਨਾਂ ਦਾ ਵਿਕਾਸ ਹੋਇਆ ਔਰ ਉਹਨਾਂ ਦੇ ਕੁਦਰਤੀ ਗੁਣ ਜੋ ਵੀ ਉਹਨਾਂ ਦੇ ਅੰਦਰ ਹੈ ਨਾ, ਉਸ ਜਗ੍ਹਾ ਤੇ ਕਰਕੇ ਹੈ ਜਿਸ ਜਗ੍ਹਾ ਤੇ ਉਹ ਸਪੀਸ਼ੀਜ਼ ਵਿਕਸਿਤ ਹੋਈ, ਕਿਉਂਕਿ ਉਹਨੇ ਆਪਣੀ ਯੂਨੀਕ ਪ੍ਰੋਪਰਟੀਜ਼ ਉਸੇ ਜਗ੍ਹਾ ਤੇ ਜਿਹੜੀਆਂ ਨਾ ਉਹ ਡਿਵੈਲਪ ਕੀਤੀਆਂ। ਸੋ ਜੇ ਹੋ ਸਕੇ ਤੇ ਉਸ ਜਗ੍ਹਾ ਨੂੰ ਹੀ ਸੇਵ ਕਰ ਦਿੱਤਾ ਜਾਏ, ਯਾਨੀ ਕਿ ਉਹਦਾ ਕੁਦਰਤੀ ਜਿਹੜਾ ਘਰ ਹੈਗਾ, ਜਿਹਨੂੰ ਅਸੀਂ ਹੈਬਿਟੈਟ ਬੋਲਦੇ ਹਾਂ, ਨੈਚੁਰਲ ਹੋਮ ਬੋਲਦੇ ਹਾਂ, ਜਿਹਨੂੰ ਕੰਜ਼ਰਵ ਕਰਾਂਗੇ ਤੇ ਇਹ ਸਭ ਤੋਂ ਵਧੀਆ ਤਰੀਕਾ ਹੋਏਗਾ ਸਪੀਸ਼ੀਜ਼ ਨੂੰ ਕੰਜ਼ਰਵ ਕਰਨ ਦਾ। ਸੋ ਜਿਹੜੇ ਕੰਜ਼ਰਵੇਸ਼ਨ ਦੇ ਦੋ ਵਿਊ ਪੁਆਇੰਟਸ ਹੁੰਦੇ ਆ। ਇੱਕ ਤਾਂ ਮੰਨ ਲਓ ਇੱਕ ਜੰਗਲ ਹੈ, ਉੱਥੇ ਇੱਕ ਪਰਟੀਕੂਲਰ ਸਪੀਸ਼ੀਜ਼ ਹੈ, ਉਹ ਖਤਰੇ 'ਚ ਹੈ। ਅਸੀਂ ਇੱਕ ਕੰਮ ਕਰੀਏ ਵੀ ਉਸ ਜੰਗਲ ਦੇ ਅਰਾਊਂਡ ਇੱਕ ਬਾਉਂਡਰੀ ਬਣਾ ਦਈਏ ਵੀ ਜਿਹਨੂੰ ਕੋਈ ਕ੍ਰਾਸ ਨਾ ਕਰ ਪਾਏ, ਔਰ ਉਸ ਜਿਹੜੀ ਬਾਉਂਡਰੀ ਹੈ ਉਹਦੇ ਇੱਕ ਦੋ ਦਰਵਾਜ਼ੇ ਹੋਣ ਜਿੱਥੇ ਕੋਈ ਵੈਪਨ ਦੇ ਨਾਲ ਆਦਮੀ ਖੜਾ ਰਵੇ, ਹੈ ਨਾ, ਕਿ ਜੋ ਧਿਆਨ ਰੱਖੇ ਕਿ ਅੰਦਰ ਕੋਈ ਨਹੀਂ ਜਾਏਗਾ, ਔਰ ਅੰਦਰ ਜਿਹੜੀਆਂ ਸਪੀਸ਼ੀਜ਼ ਹੈ ਉਹਨਾਂ ਨੂੰ ਅਸੀਂ ਸੇਵ ਰੱਖੀਏ ਬਿਲਕੁਲ, ਹੈ ਨਾ। ਇਹ ਹੋ ਗਿਆ ਇਨ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼। ਇਨ ਸਿਟੂ ਯਾਨੀ ਕਿ ਇਨ ਸਿਚੁਏਸ਼ਨ, ਹੈ ਨਾ, ਔਨ ਸਾਈਟ, ਹੈ ਨਾ, ਔਨ ਸਾਈਟ ਜਿੱਥੇ ਕੋਈ ਸਪੀਸ਼ੀਜ਼ ਰਹਿ ਰਹੀ ਹੈ, ਵਿਕਸਿਤ ਹੋਈ ਹੈ, ਅਸੀਂ ਉਸ ਜਗ੍ਹਾ 'ਤੇ ਹੀ ਉਹਨੂੰ ਪ੍ਰੋਟੈਕਸ਼ਨ ਦੇ ਦਿੰਦੇ ਹਾਂ। ਅਤੇ ਜੇ ਬੇਟੇ ਸਾਨੂੰ ਲੱਗੇ ਕਿ ਬਾਰ-ਬਾਰ ਸਾਡੀ ਇਹ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਿਹੜੀ ਇਹ ਸਪੀਸ਼ੀਜ਼ ਹੈ ਇਹਨੂੰ ਸੁਰੱਖਿਆ ਨਹੀਂ ਮਿਲ ਪਾ ਰਹੀ ਔਰ ਇਹਦਾ ਸ਼ਿਕਾਰ ਜਾ ਰਹੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇਹ ਮਰਦੀ ਜਾ ਰਹੀ ਹੈ, ਅਤੇ ਫਿਰ ਅਸੀਂ ਉਸ ਸਪੀਸ਼ੀਜ਼ ਨੂੰ ਉਸ ਜਗ੍ਹਾ 'ਚੋਂ ਕੱਢ ਕੇ ਰਹਿ ਜਾਵਾਂਗੇ ਔਰ ਆਪਣੀ ਦੁਆਰਾ ਬਣਾਏ ਗਏ ਕੋਈ ਆਰਟੀਫਿਸ਼ੀਅਲ ਜਗ੍ਹਾ 'ਤੇ ਰੱਖਾਂਗੇ। ਜਿਸ ਤਰ੍ਹਾਂ ਕਿ ਕੋਈ ਜੇ ਐਨੀਮਲ ਸਪੀਸ਼ੀਜ਼ ਹੈ ਉਹਦੇ ਲਈ ਕੋਈ ਜ਼ੂ ਅਸੀਂ ਸੋਚ ਸਕਦੇ ਹਾਂ, ਜਿੱਥੇ ਬੰਦ ਪਿੰਜਰੇ ਦੇ ਅੰਦਰ ਉਸ ਸਪੀਸ਼ੀਜ਼ ਨੂੰ ਅਸੀਂ ਆਪਣੀ ਪੂਰੀ ਕੜੀ ਸੁਰੱਖਿਆ 'ਚ ਰੱਖੀਏ, ਉਹਦੀ ਦੇਖਭਾਲ ਕਰੀਏ, ਉਹਦੇ ਖਾਣੇ ਦਾ ਧਿਆਨ ਰੱਖੀਏ ਨਾ। ਅਤੇ ਜੇ ਬੇਟੇ ਪਲਾਂਟ ਹੈ ਅਤੇ ਫਿਰ ਉਹਦੇ ਲਈ ਕੋਈ ਬੋਟੈਨੀਕਲ ਗਾਰਡਨਸ ਹੀ ਬਣਾਵਾਂਗੇ, ਜੇ ਫਿਸ਼ ਹੈ ਅਤੇ ਕੋਈ ਐਕੁਏਰੀਅਮ ਤਿਆਰ ਕਰ ਲਾਂਗੇ। ਸੋ ਇੱਦਾਂ ਦੇ ਏਰੀਆਜ਼ ਨੂੰ ਜਾਂ ਕੰਜ਼ਰਵੇਸ਼ਨ ਸਟ੍ਰੈਟਜੀਜ਼ ਨੂੰ ਅਸੀਂ ਬੋਲਦੇ ਹਾਂ ਐਕਸ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼, ਯਾਨੀ ਕਿ ਆਫ ਸਾਈਟ conservation strategies. So all the strategies are broadly classified into two groups, in situ and ex situ conservation strategies. So देखो that notes एक table भी बने हैं conservation strategies का, on the page number 11 you can see the table. It is very simple, easy to understand. So let me show you the table. Yes, so here is the in situ conservation strategies, ਜਿਹਦੇ 'ਚ ਬੜੇ ਆਗੇ protected areas 'ਚ national parks, wildlife sanctuaries, biosphere reserves, then sacred forest and sacred lakes. And ex situ ਯਾਨੀ ਕਿ man made, ਇਹ artificial ਜਗ੍ਹਾ ਜਿਹਦੇ 'ਚ ਆਗੇ botanical gardens, arboreta ਵੀ ਬੜੇ ਇੱਕ ਤਰ੍ਹਾਂ ਦਾ garden ਹੀ ਹੁੰਦਾ, ਔਰ then zoo, aquaria, cryopreservation, that is in the liquid nitrogen at very low temperature, we preserve the germplasm of species, ਜਾਂ ਫਿਰ ਸੀਡਸ ਨੂੰ ਵੀ ਅਸੀਂ ਪ੍ਰੀਜ਼ਰਵ ਕਰ ਲੈਂਦੇ ਹਾਂ ਔਰ ਇਹਨੂੰ ਅਸੀਂ ਸੀਡ ਬੈਂਕਸ ਵੀ ਬੋਲਦੇ ਹਾਂ। ਇਹਦੀ ਅਸੀਂ ਲੌਂਗ ਡਿਸਕਸ਼ਨ ਕਰਾਂਗੇ ਸੈਪਰੇਟਲੀ। ਐਂਡ ਐਟ ਦ ਲਾਸਟ ਇਜ਼ ਦਾ ਸੇਕਰਡ ਪਲਾਂਟਸ ਐਂਡ ਹੋਮ ਗਾਰਡਨਸ। ਸੋ ਬੜੇ ਸਬ ਸਟ੍ਰੈਟਜੀਜ਼ ਦਾ ਟੇਬਲ ਅਸੀਂ ਇੱਕ ਵਾਰੀ ਦੇਖਿਆ, ਦੋ ਬ੍ਰੌਡ ਕੈਟੇਗਰੀਜ਼ ਵੀ ਦੇਖ ਲਈਆਂ ਔਰ ਇਹ ਜੋ ਅਸੀਂ ਸਟਾਰਟ ਕਰਨ ਜਾ ਰਹੇ ਹਾਂ, ਨੰਬਰ 1 ਦੈਟ ਇਜ਼ ਦਾ ਇਨ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼, ਦੈਟ ਇਜ਼ ਦਾ ਔਨ ਸਾਈਟ ਕੰਜ਼ਰਵੇਸ਼ਨ ਸਟ੍ਰੈਟਜੀਜ਼। ਹੁਣ ਬੇਟੇ ਸਭ ਤੋਂ ਪਹਿਲਾਂ ਤਾਂ ਅਰਥ ਪਰ ਸਾਨੂੰ ਉਹ ਲੋਕੇਸ਼ਨਸ ਦੇਖਣੀਆਂ ਚਾਹੀਦੀਆਂ ਜਿੱਥੇ ਸਪੀਸ਼ੀਜ਼ ਦੀ ਡਾਇਵਰਸਿਟੀ ਦੂਸਰੇ ਏਰੀਆਜ਼ ਦੇ ਨਾਲੋਂ ਕਈ ਗੁਣਾ ਜ਼ਿਆਦਾ। ਦੇਖੋ ਨੈਚੁਰਲੀ ਦੁਨੀਆ ਦਾ ਹਰ ਕੋਨਾ ਤਾਂ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਨਸਾਨ ਜਿੱਥੇ ਹੈ ਬੇਟੇ ਉਸ ਜਗ੍ਹਾ 'ਤੇ ਸਪੀਸ਼ੀਜ਼ ਨੂੰ ਸੁਰੱਖਿਆ ਦੇਣਾ ਜ਼ਿਆਦਾ ਪੋਸੀਬਲ ਨਹੀਂ ਹੈ। ਮੇਰਾ ਇਹ ਕਹਿਣ ਦਾ ਮੀਨਿੰਗ ਸੀਗਾ ਕਿ ਮੈਟਰੋ ਸਿਟੀਜ਼ 'ਚ ਜਾ ਕੇ ਤੁਸੀਂ ਜੇ ਸੋਚੋ ਮੈਂ ਇੱਥੇ ਨੈਸ਼ਨਲ ਪਾਰਕ ਡਿਵੈਲਪ ਕਰ ਲਾਂ, ਦੈਟ ਇਜ਼ ਨਾਟ ਪੋਸੀਬਲ। ਸਾਨੂੰ ਵਾਈਲਡ ਹੈਬੀਟੈਟਸ ਦੇਖਣੇ ਪੈਣਗੇ ਔਰ ਦੇਖੋ ਵਾਈਲਡ ਹੈਬੀਟੈਟਸ ਦੇ ਵਿੱਚੋਂ ਵੀ ਕੁਝ ਐਸੇ ਵਾਈਲਡ ਹੈਬੀਟੈਟ ਹੈ ਜਿੱਥੇ ਸਪੀਸ਼ੀਜ਼ ਦੀ ਡਾਇਵਰਸਿਟੀ ਕਈ ਗੁਣਾ ਜ਼ਿਆਦਾ ਦੂਸਰੇ ਏਰੀਆਜ਼ ਦੇ ਕੰਪੈਰੇਟਿਵਲੀ। ਸੋ ਪ੍ਰਾਇਓਰਿਟੀ ਬੇਸਿਸ 'ਤੇ
ਅਸੀਂ ਉਹ ਏਰੀਆਜ਼ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਸ ਤਰ੍ਹਾਂ ਦੇ ਜਿੰਨੇ ਵੀ ਏਰੀਆਜ਼ ਹੈ ਇਹਨੂੰ ਅਸੀਂ ਬੋਲਦੇ ਹਾਂ ਹੌਟ ਸਪੌਟਸ। ਕੀ ਬੋਲਦੇ ਹਾਂ? ਹੌਟ ਸਪੌਟਸ। ਸੋ ਹੌਟ ਸਪੌਟਸ ਬੇਟੇ ਕੋਈ ਵੀ ਐਸਾ ਏਰੀਆ ਜਿਹਦੀਆਂ ਦੋ ਮੇਨ ਨਿਸ਼ਾਨੀਆਂ ਹੋਣਗੀਆਂ, ਇਹ ਤੁਸੀਂ ਜ਼ਰੂਰ ਯਾਦ ਰੱਖਣੀਆਂ। ਇੱਕ ਤਾਂ ਵੈਰੀ ਹਾਈ ਲੈਵਲ ਆਫ ਸਪੀਸ਼ੀਜ਼ ਰਿਚਨੈਸ, ਮੀਨਸ ਕਿ ਸਪੀਸ਼ੀਜ਼ ਦੀ ਡਾਇਵਰਸਿਟੀ ਇਸ ਏਰੀਆ 'ਚ ਬਹੁਤ ਜ਼ਿਆਦਾ ਹੋਏਗੀ। ਐਂਡ ਸੈਕੰਡਲੀ ਹਾਈ ਡਿਗਰੀ ਆਫ ਐਂਡੇਮਿਜ਼ਮ। ਐਂਡੇਮਿਜ਼ਮ ਦਾ ਮੀਨਿੰਗ ਹੈ ਐਂਡੈਮਿਕ ਸਪੀਸ਼ੀਜ਼। ਐਂਡੈਮਿਕ ਸਪੀਸ਼ੀਜ਼ ਦਾ ਮੀਨਿੰਗ ਕੀ ਹੁੰਦਾ ਬੇਟੇ? Endemic species are those species which are restricted to a particular place or area on this earth. ਸਿੰਪਲ ਲੈਂਗੁਏਜ 'ਚ ਜੇ ਗੱਲ ਕਰੀਏ ਤੇ ਐਸੀ ਸਪੀਸ਼ੀਜ਼ ਜੋ ਅਰਥ ਦੇ ਉੱਪਰ ਸਿਰਫ ਇੱਕੋ ਹੀ ਪਰਟੀਕੂਲਰ ਏਰੀਆ 'ਚ ਮਿਲਦੀ ਹੈ, ਦੂਸਰੀ ਜਗ੍ਹਾ ਤੇ ਕਿਤੇ ਵੀ ਨਹੀਂ ਮਿਲਦੀ, ਇੱਦਾਂ ਦੀ ਸਪੀਸ਼ੀਜ਼ ਨੂੰ ਕੀ ਬੋਲਦੇ ਆ? ਐਂਡੈਮਿਕ ਸਪੀਸ਼ੀਜ਼। ਸੋ ਬੇਟੇ ਏਰੀਆ ਦੀਆਂ ਦੋ ਨਿਸ਼ਾਨੀਆਂ ਤੁਹਾਨੂੰ ਜ਼ਰੂਰ ਯਾਦ ਹੋ ਗਈਆਂ ਹੋਣਗੀਆਂ। ਨੰਬਰ 1 ਇਜ਼ ਦਾ ਸਪੀਸ਼ੀਜ਼ ਦੀ ਰਿਚਨੈਸ, ਦੈਟ ਇਜ਼ ਦ ਬਾਇਓਡਾਇਵਰਸਿਟੀ, ਐਂਡ ਸੈਕੰਡ ਇਜ਼ ਦਾ ਹਾਈ ਡਿਗਰੀ ਆਫ ਐਂਡੇਮਿਜ਼ਮ, ਯਾਨੀ ਕਿ ਨੰਬਰ ਆਫ ਐਂਡੈਮਿਕ ਸਪੀਸ਼ੀਜ਼ ਵਿਚ ਆਰ ਵੈਰੀ ਵੈਰੀ ਹਾਈ ਇਨ ਦਿਸ ਏਰੀਆ। ਜੇ ਕਿਸੇ ਏਰੀਆ 'ਚ ਦੋਨੋਂ ਕੈਰੈਕਟਰਸ ਐਪਲੀਕੇਬਲ ਹੈ ਦੈਨ ਇਸ ਏਰੀਆ ਨੂੰ ਅਸੀਂ ਕਿਹੜਾ ਏਰੀਆ ਕਹਿ ਸਕਦੇ ਹਾਂ? ਹੌਟ ਸਪੌਟਸ। ਰਾਈਟ ਸਟੂਡੈਂਟਸ। ਔਰ ਬੇਟੇ ਸਾਇੰਟੀਫਿਕ ਸਟੱਡੀਜ਼ ਇਹ ਬੋਲਦੀਆਂ ਕਿ ਜੋ ਹੌਟ ਸਪੌਟਸ ਹੈ ਨਾ, ਜੇ ਬੇਟੇ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਵੀ ਜੇ ਅਸੀਂ ਇਹਨਾਂ ਨੂੰ ਸੇਵ ਕਰ ਲਈਏ, ਸੁਰੱਖਿਅਤ ਕਰ ਲਈਏ, ਤੇ ਦੈਨ ਬੇਟੇ ਸਮਝੋ ਕਿ ਜੋ ਸਪੀਸ਼ੀਜ਼ ਲਾਸ ਦੀ ਯਾਨੀ ਕਿ ਮਾਸ ਐਕਸਟਿੰਕਸ਼ਨ ਦੀ ਜੋ ਸਪੀਡ ਹੈ ਉਹ 30% ਤੱਕ ਅਸੀਂ ਰਿਡਿਊਸ ਕਰ ਲਾਂਗੇ। ਮਤਲਬ ਕਿ ਬਹੁਤ ਹੀ ਸਪੀਡ ਘਟ ਜਾਏਗੀ। ਇਟ ਮੀਨਸ ਕਿ ਹੌਟ ਸਪੌਟਸ ਨੂੰ ਸਭ ਤੋਂ ਪਹਿਲਾਂ ਤਾਂ ਕੰਜ਼ਰਵ ਕੀਤਾ ਜਾਏ। ਜਦੋਂ ਇਹ ਸਾਰੇ ਹੌਟ ਸਪੌਟਸ ਅਸੀਂ ਕੰਜ਼ਰਵ ਕਰ ਲਾਂਗੇ, ਇਹਦੇ ਬਾਅਦ ਫਿਰ ਬਾਕੀ ਬਚੇ ਏਰੀਆ 'ਚ ਵੀ ਅਸੀਂ ਕੰਜ਼ਰਵੇਸ਼ਨ ਪ੍ਰੋਗਰਾਮਸ ਨੂੰ ਅੱਗੇ ਚਲਾਵਾਂਗੇ। ਦੇਖੋ ਕਰਨਾ ਤਾਂ ਜ਼ਿਆਦਾ ਤੋਂ ਜ਼ਿਆਦਾ ਏਰੀਆ ਕਵਰ ਹੈ, ਲੇਕਿਨ ਪ੍ਰਾਇੋਰਟੀ ਬੇਸਿਸ 'ਤੇ ਪਹਿਲਾਂ ਕਿਹਨੂੰ ਕਵਰ ਕਰਨਾ? ਹੌਟ ਸਪੌਟਸ ਨੂੰ ਕਰਨਾ। ਹੌਟ ਸਪੌਟਸ ਦਾ ਬੇਟੇ ਜੋ ਕਨਸੈਪਟ ਹੈ ਦੈਟ ਵਾਜ਼ ਡਿਵੈਲਪਡ ਬਾਏ ਨਾਰਮਨ ਮਾਇਰਸ in 1988 to identify priority areas for in situ conservation। ਦੇਖੋ ਮੈਂ ਵੀ ਤੁਹਾਨੂੰ ਉਹੀ ਗੱਲ ਕਹਿ ਰਿਹਾ ਵੀ ਪ੍ਰਾਇੋਰਟੀ ਬੇਸਿਸ ਤੇ ਏਰੀਆਜ਼ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਇਨੀਸ਼ੀਅਲੀ ਬੇਟੇ 25 ਹੌਟ ਸਪੌਟਸ ਅਰਥ ਦੇ ਮੈਪ ਉੱਪਰ ਰੈਕਗਨਾਈਜ਼ ਕੀਤੇ ਗਏ ਸੀਗੇ, ਆਇਡੈਂਟੀਫਾਈ ਕੀਤੇ ਗਏ ਸੀ, ਲੇਕਿਨ ਦੇਖੋ ਉਹਦੇ ਬਾਅਦ ਇਹਨਾਂ ਦਾ ਨੰਬਰ ਇੰਕਰੀਜ਼ ਕਰਕੇ 34 ਕਰ ਦਿੱਤਾ ਗਿਆ। ਐਂਡ ਦੇਖੋ ਇਹ ਜੋ ਏਰੀਆਜ਼ ਦੀ ਅਸੀਂ ਗੱਲ ਕਰ ਰਹੇ ਹਾਂ ਹੌਟ ਸਪੌਟਸ ਦੀ, ਇੱਕ ਚੀਜ਼ ਬੇਟੇ ਇੱਥੇ ਦੇਖੀ ਗਈ ਹੈ ਵੀ ਇੱਥੇ ਹੈਬੀਟੇਟ ਦਾ ਲਾਸ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੋ ਰਿਹਾ, ਯਾਨੀ ਕਿ ਐਕਸਲਰੇਟਿਡ ਹੈ। ਅਤੇ ਜੇ ਅਸੀਂ ਜਲਦ ਹੀ ਕੁਝ ਨਾ ਕੀਤਾ ਤੇ ਬਹੁਤ ਸਾਰੀਆਂ ਸਪੀਸ਼ੀਜ਼ ਇੱਕਦਮ ਹੀ ਖਤਮ ਹੋ ਜਾਣਗੀਆਂ। ਸੋ ਬੇਟੇ ਹੌਟ ਸਪੌਟਸ ਇੱਕ ਵਾਰੀ ਤੁਹਾਨੂੰ ਇੰਡੀਕੇਟ ਕਰਨ ਦੇ ਲਈ ਇੱਕ ਵਰਲਡ ਮੈਪ ਮੈਂ ਇੱਥੇ ਦਿਖਾਇਆ। ਇਹ ਡਾਇਗਰਾਮ ਬੇਟੇ ਪੁਰਾਣੀ ਹੈ ਜਿਹਦੇ 'ਚ 25 ਹੌਟ ਸਪੌਟਸ ਦਿਖਾਏ ਗਏ। You can see the shaded places. This is our India, and you can see we are having the two hot spots. One is the Western Ghats and second is the Eastern Himalayas. और बड़े श्रीलंका वाला एरिया भी कुछ कवर है, कुछ भूटान वाला एरिया कवर है। सो मीनस वो नेबरिंग कंट्रीज़ तक भी ये चीज़ां ये नैचुरल हैबिटेट्स ਜਿਹੜੇ फैले ਹੁੰਦੇ ਆ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਬਾਇਓਮਸ ਹੁੰਦੇ ਆ ਲਾਰਜ ਸਾਈਜ਼ਡ ਈਕੋਸਿਸਟਮਸ, ਇਹਨਾਂ ਦੀ ਕੋਈ ਕਲੀਅਰ ਕੱਟ ਬਾਉਂਡਰੀ ਤਾਂ ਨਹੀਂ ਹੁੰਦੀ। ਸੋ ਬੜੇ ਇਸ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਊਥ ਅਫਰੀਕਾ ਇੱਥੇ ਵੀ ਦੇਖੋ ਇਹ ਪੈਚਿਸ ਤੁਹਾਨੂੰ ਦਿਖਾਈ ਦੇ ਰਹੇ ਹੈ ਨਾ। ਸੋ ਇਹ ਮੈਡਾਗਾਸਕਰ 'ਚ ਵੀ ਦਿਖਾਈ ਦੇ ਰਿਹਾ। ਇਸ ਤਰ੍ਹਾਂ ਪੂਰੀ ਦੁਨੀਆ 'ਚ ਇਹਨਾਂ ਦਾ ਨੰਬਰ ਤੱਕ ਬੜੇ ਮੈਂਸ਼ਨਡ ਹੈ। ਔਰ ਯੂ ਕੈਨ ਸੀ ਦਿਸ ਇਜ਼ ਦਾ 25th, ਦਿਸ ਇਜ਼ ਦਾ ਮਾਈਕਰੋਨੇਸ਼ੀਆ। ਓਕੇ, ਸੋ ਦਿਸ ਇਜ਼ ਜਸਟ ਅ ਬਰੀਫ ਆਈਡੀਆ ਕਿ ਤੁਸੀਂ ਹੌਟ ਸਪੌਟਸ ਨੂੰ ਮਤਲਬ ਇੱਕ ਅੰਦਾਜ਼ਾ ਤੁਹਾਨੂੰ ਲੱਗ ਜਾਏਗਾ ਵੀ ਇਹ ਕਿਸ ਤਰ੍ਹਾਂ ਮੈਪ ਦੇ ਉੱਪਰ ਕਿਹੜੀ ਕਿਹੜੀ ਜਗ੍ਹਾ 'ਤੇ ਲੋਕੇਟਡ ਹੈ ਨਾ। Okay students, 3 of these hotspots in India and around are, number 1 is the Western Ghats। बहुत ही ज़्यादा फेमस बेटे, बहुत ही ज़्यादा फेमस, पूरी दुनिया 'ਚ फेमस है। बायोडाइवर्सिटी ਦੇ ਲਈ ਇੰਡੀਆ ਵੈਸੇ ਹੀ ਬੜਾ ਫੇਮਸ ਕੰਟਰੀ ਹੈ। ਔਰ ਮੈਂ ਦੱਸਿਆ ਸੀਗਾ ਕਿ more than 8% ਬਾਇਓਡਾਇਵਰਸਿਟੀ ਪੂਰੀ ਦੁਨੀਆ ਦੀ ਇੰਡੀਆ 'ਚ ਹੀ ਪਾਈ ਜਾਂਦੀ ਹੈ। ਹਾਲਾਂਕਿ ਹਿਊਮਨਸ ਦੀ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ, ਪਰ ਦੇਖੋ ਪਰਮਾਤਮਾ ਨੇ ਸਾਨੂੰ ਬਹੁਤ ਜ਼ਿਆਦਾ ਕੁਦਰਤੀ ਦੌਲਤ ਨਾਲ ਨਵਾਜ਼ਿਆ ਵੀ, ਔਰ 8% ਤੋਂ ਜ਼ਿਆਦਾ
अलग अलग तरह के ऑर्गेनिज्म साढ़े देश 'ਚ पाए जाते हैं बेटे, मान वाली गल। दैन श्रीलंका, इंडो बर्मा एंड हिमालय cover our country's exceptionally high biodiversity. Okay students, so बेटे डिटेल डिस्क्रिप्शन भी गिवन है ईस्टर्न हिमालय की, जिथे कि टैंपरेट फॉरेस्ट एरिया और वैसटर्न घाट्स दे विच बेटे ये 4 स्टेट्स कवर करता है, केरला, तमिलनाडु, कर्नाटक एंड महाराष्ट्र, और 1600 किलोमीटर तक फैलिया हुआ ये एरिया। ओके, सो बेटे फैक्ट्स तुसी अपने आप देखने हैं। हॉटस्पॉट्स जानन तो बाद हुण असीं इन सीटू कंजरवेशन स्ट्रैटजीज स्टार्ट करते हैं। बड़े मैं भी दसदा कि हॉटस्पॉट्स सिर्फ इन सीटू के अंडर ही आएंगे, क्योंकि नैचुरली ये अर्थ उपर पाए जाने वाले हॉट स्पॉट्स है, एरियाज है, जिन्होंने असी हैबिटेट्स की फॉर्म 'ਚ उत्थे ही सेव करांगे, है ना। तो वैसे भी एक्सीटू का ऑफ साइट है, ये स्पीशीज़ ਨੂੰ उस जगह तो कढ़ के लै जाने, डिफरेंट तरह का कॉन्सैप्ट है। सो हॉटस्पॉट्स ने अंडर अलग अलग तरह दी स्ट्रैटजीज है, अलग अलग तरह के तरीके है स्पीशीज़ ਨੂੰ कंजर्व करन दे, जिहदे च नंबर 1 सब तो ज़्यादा फेमस दैट इज़ द नैशनल पार्क्स। सो नैशनल पार्क बेटे तुसी वर्ड जरूर सुनिया होएगा, नैशनल पार्क। नैशनल पार्क का जो कॉन्सैप्ट है दैट वाज गिवन बाय अ पेंटर जिहदा नाम सी जॉर्ज कैटलिन। सो काफ़ी बड़े फेमस नेम है। नैशनल पार्क बड़े एक लार्ज एरिया होंदा जिथे सीनिक एंड नैचुरल ब्यूटी काफ़ी ज़्यादा होंदी है, और इनू मेनटेन किया जाता है फॉर साइंटिफिक, एजुकेशनल एंड रिक्रिएशनल पर्पसेस, बट ह्यूमन मैनिपुलेशंस आर नॉट अलाउड। दिस इज़ गुड। देखो मैं एक एक करके देते तुहाडे नाल डिटेल डिस्कशन कर लैंदा। बेटे नैशनल पार्क दे विच साइंटिफिक पर्पसेस की होणगे, जिस तरह मान लो असी इकोलॉजी ते स्टडीज़ कर रहे हैं, कुछ एक्सपैरीमेंट्स परफॉर्म करना चाहते हैं, तो नैचुरली बेटे असी नैशनल पार्क्स 'ਚ विजिट करना चाहांगे, उत्थे जाके स्पीशीज़ की रिचनेस नू असी देखना चाहते हैं ना। इस तरह की रीडिंग्स असी लै सकते हैं। एजुकेशनल मीनस जिमें असी कॉन्सैप्ट्स पढ़ रहे हैं भी नैशनल पार्क्स इस तरह होंदा है, पर तुहानूं लगता है कि नहीं सानूं प्रैक्टिकल अप्रोच भी इहदी मिलनी चाहिए है। असी बेटे एक टूर प्लान कर लैंदे हैं किसी नैशनल पार्क का, और जो लाइवली चीज़ां सामने देखोगे तो पक्का तुहाडे मन 'ਚ होर भी ज़्यादा कॉन्सैप्ट्स क्लीयर होणगे, यानी कि एजुकेशन नूं होर ज़्यादा रियलिस्टिक करन दे लई भी नैशनल पार्क्स का इस्तेमाल किया जा सकता है। और रिक्रिएशनल बड़े मन की खुशी, एक सकून हासिल करन दे लई भी इंसान जदों भी चाहता है, तो सिटीज़ के हसल बसल तो दूर असी किसी शांत जगह पर जाके सानूं जो आनंद मिलता है ना, शांति मिलती है। और जो किसी फॉरेस्ट 'ਚ जाइए बेटे तो अपने आप में बड़ा नेचर के क्लोज फील करते हैं, गॉड के बड़ा क्लोज पाते हैं। इस करके बहुत सारे लोग रिक्रिएशनल पर्पसेस के लिए भी नैशनल पार्क्स 'ਚ विजिट करते हैं, अपनी छुट्टियां मनाने लिए जाते हैं। जिस तरह कि जिम कॉर्बेट नैशनल पार्क बेटे है ना, साढ़े नेबरिंग जो स्टेट है उत्थे तुसी जा सकते हो बेटे। इतने अकोमोडेशनस भी अवेलेबल है, रिजॉर्ट्स भी बने हैं, यू कैन स्टे ओवर देयर, है ना। सो मीन्स ये रिक्रिएशन पर्पसेस हो गए। बाकी बेटे ह्यूमन मैनिपुलेशंस अलाउड नहीं है। सो मैं बेटे थोड़ा जिहा ह्यूमन मैनिपुलेशंस ते भी तुहाडे नाल थोड़ा जिहा डिस्कशन कर लेना कि सपोज करो असी एक नैशनल पार्क 'ਚ विजिट किया और असी एक सफारी ते जा रहे हैं ना, देख रहे हैं भी एनीमल्स नूं क्लोजली दिखाने के लिए सानूं एक टूर प्लान किया गया, और वाइकल से असी देख रहे हैं भी एनीमल्स किस तरह सानूं दिखाई दे रहे हो, और अचानक साड़ी नज़र पैंदी है भी एक शेर एक हिरन का शिकार करन जा रहा है ना। तुसी मान लो बड़ी गॉडली फीलिंग्स दे नाल रिच हो, और तुहानूं लगता है कि नहीं नहीं यार ये ठीक नहीं हो रहा, तुसी एक स्टोन लेंदे हो बेटे और जोर दी उस एनीमल की तरफ सुटते हो, और जिहड़ा हिरन हैगा उन्होंने भजा देंदे हो, उन्होंने अलर्ट कर देंदे हो ताकि वो शेर के शिकार तो बच जाए। तो बेटे तुसी की कीता, तुसी एक मैनीपुलेशन की। मैनीपुलेशन का मीनिंग होंदा है प्लान चेंज, की बोलते हैं प्लान चेंज, सोच समझ के किया गया बदलाव। सो तुसी बेटे एक ऐसा बदलाव किया जो उस जगह के फेवर च नहीं है, क्योंकि ये एक नैचुरल इकोसिस्टम है जिथे इंसान की इंटरफेरेंस अलाउ नहीं की जाती। जे शेर का शिकार इस तरह ही दौड़ता रहेगा तो बेटे वो खाएगा कि और किस तरह अपने आप को बचा के रखेगा। और असीं डिस्कस किया कि जो लॉयन वगैरह होंगे हैं, दीज आर नैचुरल प्रूडेंट्स, है ना,
ਇਹ ਦੂਸਰੀਆਂ ਸਪੀਸ਼ੀਜ਼ ਦੀ ਪੋਪੂਲੇਸ਼ਨ ਡੈਂਸਿਟੀ ਨੂੰ ਚੈੱਕ ਕਰਦੇ ਆ ਤਾਂ ਕਿ ਉਸ ਜਗ੍ਹਾ ਦੀ ਮੇਨਟੇਨੈਂਸ ਬਣੀ ਰਹੇ। ਓਕੇ, ਸੋ ਮੈਨੀਪੂਲੇਸ਼ਨਸ ਆਰ ਨਾਟ ਅਲਾਉਡ। ਉੱਥੇ ਤੁਸੀਂ ਜਾ ਕੇ ਅੱਗ ਨਹੀਂ ਜਲਾ ਸਕਦੇ ਜਾਂ ਆਪਣੀ ਮਰਜ਼ੀ ਨਾਲ ਪਲਾਂਟਸ ਨੂੰ ਨਹੀਂ ਤੋੜ ਸਕਦੇ, ਐਨੀਮਲਸ ਨੂੰ ਡਰਾ ਨਹੀਂ ਸਕਦੇ, ਕੋਈ ਵੈਪਨ ਨਾਲ ਨਹੀਂ ਲਿਜਾ ਸਕਦੇ। ਸੋ ਇਸ ਤਰ੍ਹਾਂ ਦੀਆਂ ਮੈਨੀਪੂਲੇਸ਼ਨਸ ਬਿਲਕੁਲ ਬੇਟੇ ਅਲਾਉਡ ਨਹੀਂ ਹੁੰਦੀਆਂ। ਸੋ 90 ਦੇ ਕਰੀਬ ਜਿਹੜੇ ਨੈਸ਼ਨਲ ਪਾਰਕਸ ਹੈ ਸਾਡੇ ਦੇਸ਼ 'ਚ, ਔਰ ਫਸਟ ਨੈਸ਼ਨਲ ਪਾਰਕ ਇਨ ਇੰਡੀਆ ਵਾਜ਼ ਸੈਟ ਅਪ ਇਨ 1935 in the foothills of Himalayas in Uttar Pradesh and was known as Hole National Park, ਜਿਹਨੂੰ ਅਸੀਂ ਕੀ ਬੋਲਦੇ ਹਾਂ ਹੁਣ ਜਿਮ ਕਾਰਬੇਟ ਨੈਸ਼ਨਲ ਪਾਰਕ ਆਫਟਰ ਦਾ ਫੇਮਡ ਵਾਈਲਡ ਲਾਈਫ ਲਵਰ। ਓਕੇ, ਇਸ ਤੋਂ ਇਲਾਵਾ ਬੜੇ ਅਰਲੀਐਸਟ ਜੋ ਨੈਸ਼ਨਲ ਪਾਰਕਸ ਪੂਰੀ ਦੁਨੀਆ 'ਚ ਹੀ ਫੇਮਸ ਹੈ, ਤਾਂ ਯੈਲੋਸਟੋਨ ਪਾਰਕ ਆਫ US ਐਂਡ ਰਾਇਲ ਪਾਰਕ ਆਫ ਆਸਟ੍ਰੇਲੀਆ that is located near Sydney. Now about the wildlife sanctuaries. ਸੈਂਚੁਰੀ ਦਾ ਮੀਨਿੰਗ ਸੋ ਬਹੁਤ ਹੀ ਬੜੇ ਸਿੰਪਲ ਜਿਹਾ ਵਰਡ ਹੈ, ਕਿਸੇ ਦੀ ਸ਼ਰਨ 'ਚ ਚਲੇ ਜਾਣਾ ਹੈ ਨਾ, ਸ਼ਰਨ 'ਚ ਚਲੇ ਜਾਣਾ। ਜਿਸ ਤਰ੍ਹਾਂ ਕਹਿੰਦੇ ਜੀ, ਮੰਨ ਲਓ ਮੈਂ ਗੋਡ ਅੱਗੇ ਪ੍ਰੇਅਰ ਕਰ ਰਿਹਾ ਕਿ ਮੈਂ ਸ਼ਰਨ ਤੁਮਾਰੀ ਆਇਓ ਪ੍ਰਭੂ, ਹੈ ਨਾ, ਮਤਲਬ ਸੌਰਟ ਆਫ ਇਸ ਤਰ੍ਹਾਂ ਦੀ ਵਰਡਿੰਗ ਬੋਲ ਰਿਹਾ ਮੈਂ। ਇੰਗਲਿਸ਼ ਨੂੰ ਕੀ ਕਵਾਂਗੇ ਕਿ ਮਤਲਬ ਆਈ ਕੇਮ ਇਨ ਯੂਰ ਸੈਂਚੁਰੀ, ਮੈਂ ਆਪਕੀ ਸ਼ਰਨ में आ गया, है ना। ਸੋ ਬੇਟੇ ਸ਼ਰਨ ਸਥਲੀ ਇੱਕ ਹਿੰਦੀ ਦਾ ਵਰਡ ਹੈ, ਐਸੀ ਜਗ੍ਹਾ ਜਿੱਥੇ ਕਿਸੇ ਨੂੰ ਸ਼ਰਨ ਦਿੱਤੀ ਜਾਏ ਯਾਨੀ ਕਿ ਪ੍ਰੋਟੈਕਸ਼ਨ ਦਿੱਤੀ ਜਾਏ, ਉਹਨੂੰ ਕੀ ਬੋਲਦੇ हैं ਸੈਂਚੁਰੀ। ਹੁਣ ਵਾਈਲਡ ਲਾਈਫ ਸੈਂਚੁਰੀ ਦਾ ਜੋ ਕਨਸੈਪਟ ਹੈ ਪੂਰੀ ਦੁਨੀਆ 'ਚ ਬੇਟੇ ਕਿਸ ਬੰਦੇ ਨੇ ਸਟਾਰਟ ਕੀਤਾ? ਅਸ਼ੋਕਾ ਦਾ ਗ੍ਰੇਟ, ਦਾ ਰੂਲਰ, ਹੈ ਨਾ। ਸੋ ਬੇਟੇ ਇਸ ਬੰਦੇ ਦੀ ਦੇਣ ਹੈ, ਨੇ ਵਾਈਲਡ ਲਾਈਫ ਸੈਂਚੁਰੀਜ਼ ਦਾ ਕਨਸੈਪਟ ਸੋਚਿਆ, ਔਰ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਐਸਪੈਸ਼ਲੀ ਵਾਈਲਡ ਲਾਈਫ ਸੈਂਚੁਰੀਜ਼ ਜਿਹੜੀਆਂ ਬਣਾਈਆਂ ਗਈਆਂ। ਸੋ ਸੈਂਚੁਰੀਜ਼ ਨੈਸ਼ਨਲ ਪਾਰਕ ਦੇ ਨਾਲੋਂ ਥੋੜ੍ਹੇ ਜਿਹੇ ਛੋਟੇ ਸਾਈਜ਼ ਦੀਆਂ ਹੁੰਦੀਆਂ। ਮੈਂ ਥੋੜ੍ਹਾ ਤੁਹਾਨੂੰ ਆਫ ਦਾ ਟਰੈਕ ਇਹ ਗੱਲਾਂ ਸਿੰਪਲ ਤਰੀਕੇ ਨਾਲ ਦੱਸ ਰਿਹਾ ਵੀ ਸੈਂਚੁਰੀ ਛੋਟੇ ਸਾਈਜ਼ ਦੀ ਹੁੰਦੀ ਹੈ ਬੇਟੇ, ਔਰ ਇੱਥੇ ਐਨੀਮਲਸ ਦੀ ਪ੍ਰੋਟੈਕਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ, ਜਦਕਿ ਨੈਸ਼ਨਲ ਪਾਰਕ ਦੇ ਵਿੱਚ ਪਲਾਂਟਸ ਐਂਡ ਐਨੀਮਲਸ ਯਾਨੀ ਕਿ ਫਲੋਰਾ ਫੌਨਾ ਦੋਨਾਂ ਦੀ ਪ੍ਰੋਟੈਕਸ਼ਨ ਦੇ ਉੱਪਰ ਜ਼ੋਰ ਦਿੱਤਾ ਜਾਂਦਾ। ਓਕੇ, ਸੋ ਬੇਟੇ ਤੁਹਾਡੀ ਕਲੈਰਿਟੀ ਦੇ ਲਈ ਮੈਂ ਕੁਛ ਡਿਫਰੈਂਸਿਸ ਦੇ ਲਈ ਇੱਕ ਟੇਬਲ ਵੀ ਬੇਟੇ ਬਣਾਇਆ, ਇਹਦੇ 'ਚ ਤੁਹਾਨੂੰ ਕਾਫੀ ਹੈਲਪ ਮਿਲੇਗੀ। ਸੋ ਤੁਸੀਂ ਇੱਥੋਂ ਪੜ੍ਹੋਗੇ ਤੇ ਬਹੁਤ ਹੀ ਸਿੰਪਲ ਡਾਟਾ ਜੋ ਬੜੀ ਕੰਫਰਟੇਬਲੀ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਏਗਾ। ਜਿਸ ਤਰ੍ਹਾਂ ਕਿ ਨੈਸ਼ਨਲ ਪਾਰਕ 'ਚ ਪਹਿਲਾ ਪੁਆਇੰਟ ਹੀ ਲਿਖਿਆ ਹੈ ਕਿ ਰਿਜ਼ਰਵਡ ਫॉर ਬੈਟਰਮੈਂਟ ਆਫ ਬੈਟਰਮੈਂਟ ਦੇ ਨਾਲ ਕੰਜ਼ਰਵੇਸ਼ਨ ਆਫ ਫਲੋਰਾ ਐਂਡ ਫੌਨਾ ਬੋਥ। ਲੇਕਿਨ ਵਾਈਲਡ ਲਾਈਫ ਸੈਂਚੁਰੀ ਵਾਲੀ ਸਾਈਡ ਤੇ ਕੀ ਲਿਖਿਆ ਹੈ ਕਿ ਗਿਵ ਪ੍ਰੋਟੈਕਸ਼ਨ ਟੂ ਫੌਨਾ ਓਨਲੀ। ਲੇਕਿਨ ਇਹਦਾ ਮੀਨਿੰਗ ਇਹ ਨਹੀਂ ਹੈ ਵੀ ਤੁਸੀਂ ਵਾਈਲਡ ਲਾਈਫ ਸੈਂਚੁਰੀ 'ਚ ਜਾ ਕੇ ਪਲਾਂਟਸ ਨੂੰ ਕੱਟੀ ਜਾਓਗੇ, ਦੈਟ ਇਜ਼ ਨਾਟ ਅਲਾਉਡ। ਲੇਕਿਨ ਮੇਨ ਤਵੱਜੋ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਉਹ ਕਿਹਨੂੰ ਦਿੱਤੀ ਜਾਂਦੀ ਹੈ? ਐਨੀਮਲਸ ਨੂੰ। ਓਕੇ, ਸੋ ਬੇਟੇ ਇਸ ਤੋਂ ਇਲਾਵਾ ਜੋ ਐਕਟੀਵਿਟੀਜ਼ ਨੇ ਫੋਰੈਸਟਰੀ, ਗ੍ਰੇਜ਼ਿੰਗ, ਕਲਟੀਵੇਸ਼ਨ, ਇਹ ਬਿਲਕੁਲ ਪਰਮਿਟ ਨਹੀਂ ਕੀਤੇ ਜਾਂਦੇ। ਜਿਹੜੀ ਵਾਈਲਡ ਲਾਈਫ ਸੈਂਚੁਰੀ ਵਿੱਚ ਹਲਕੇ ਫੁਲਕੇ ਐਕਟੀਵਿਟੀਜ਼ ਅਲਾਉਡ ਹੁੰਦੀਆਂ, ਹੈ ਨਾ, ਜਿਸ ਤਰ੍ਹਾਂ ਕਿ ਕੁਝ ਟਿੰਬਰ ਦੀ ਕਲੈਕਸ਼ਨ ਕਰ ਲੈਣਾ ਜਾਂ ਫਿਰ ਮਾਈਨਰ ਜੇ ਫੋਰੈਸਟ ਪ੍ਰੋਡਕਟਸ ਜਿਹੜੇ ਆ ਉਹ ਹਾਰਵੈਸਟ ਕੀਤੇ ਜਾਂਦੇ ਆ, ਜਿਵੇਂ ਕਿ ਮੰਨ ਲਓ ਕਿ ਲੀਵਸ ਦੀ ਸ਼ੈਡਿੰਗ ਹੋ ਗਈ ਹੈ, ਉਹੀ ਕਲੈਕਟ ਕਰ ਲਓ, ਜਾਂ ਕੁਝ ਟਹਿਣੀਆਂ ਟੁੱਟੀਆਂ ਦਰਖਤਾਂ ਦੀਆਂ ਉਹ ਤੋੜ ਲਓ, ਤਾਂ ਕੁਝ ਰੇਜ਼ਨਸ ਕਲੈਕਟ ਕਰ ਸਕਦੇ ਆ ਟਰੀਜ਼ ਦੀਆਂ। ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੀ ਇਜਾਜ਼ਤ ਹੁੰਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਬਹੁਤ ਜ਼ਿਆਦਾ ਕੁਝ ਇਹਦੇ 'ਚ ਚੇਂਜਸ ਲਿਆ ਸਕਦੇ ਹੋ। ਰਾਈਟ ਸਟੂਡੈਂਟਸ, so private ownership rights are given or permitted as long as they do not interfere with the well-being of animals. ਇਹਦਾ ਕੀ ਮੀਨਿੰਗ ਹੈ ਬੇਟੇ? ਪ੍ਰਾਈਵੇਟ ਓਨਰਸ਼ਿਪ ਰਾਈਟਸ, ਮੰਨ ਲਓ ਬੇਟੇ ਮੈਂ ਇੱਕ ਸੈਂਚੁਰੀ 'ਚ ਵਿਜ਼ਿਟ ਕਰਦਾ ਔਰ ਉੱਥੇ ਮੈਂ ਦੇਖਦਾ ਇੱਕ ਛੋਟੀ ਜਿਹੀ ਕੰਟੀਨ ਦਿਖਦੀ ਮੈਨੂੰ, ਜਿੱਥੇ ਕੁਝ ਰਿਫਰੈਸ਼ਮੈਂਟਸ ਮਿਲ ਜਾਂਦੀਆਂ। ਮੈਂ ਜੇ ਚਾਹਾਂ ਤਾਂ ਮੈਂ ਬੇਟੇ ਚਾਹ ਪੀ ਸਕਦੇ ਹਾਂ, ਕੋਲਡ ਡਰਿੰਕ ਲੈ ਸਕਦੇ ਹਾਂ, ਬਸ ਹਲਕੀ ਫੁਲਕੀ ਰਿਫਰੈਸ਼ਮੈਂਟ ਅਲਾਉਡ ਹੈ। ਜੇ ਬੇਟੇ ਕੰਟੀਨ ਵਾਲਾ ਸੋਚੇ ਕਿ ਯਾਰ ਹੁਣ ਮੈਂ ਜਿਹੜੇ ਟੂਰਿਸਟ ਆ ਰਹੇ ਇਹਨਾਂ ਨੂੰ ਖੁਸ਼ ਕਰਨ ਦੇ ਲਈ ਇੱਥੇ ਡੀਜੇ ਵੀ ਲਾ ਲਾਂ, ਹੈ ਨਾ, ਅਤੇ ਇਹ ਡਾਂਸ ਵੀ ਕਰਿਆ ਕਰਨਗੇ ਆ ਕੇ, ਇਹ ਬਹੁਤ ਚੰਗਾ ਫੀਲ ਕਰਨਗੇ, ਇੱਥੇ ਮੈਂ ਪਾਰਟੀ ਔਰਗਨਾਈਜ਼ ਕਰਾਂ, ਅਤੇ ਬੇਟੇ ਉਹ ਅਲਾਉਡ ਨਹੀਂ ਹੈ ਬਿਲਕੁਲ। ਇਸ ਤਰ੍ਹਾਂ ਦੀ ਸਿਰਫ ਪਰਮਿਸ਼ਨ ਗਿਵਨ ਹੈ ਕਿ ਜਿਹਦੇ ਨਾਲ ਉਸ ਜਗ੍ਹਾ ਦੇ ਵਿੱਚ ਪ੍ਰੈਜ਼ੈਂਟ ਜਿਹੜੀਆਂ ਐਨੀਮਲ ਸਪੀਸ਼ੀਜ਼ ਹੈ ਉਹ ਡਿਸਟਰਬ ਨਾ ਹੋਣ। ਸਿਰਫ ਇੰਨੇ ਕੁ ਜਿਹੜੇ ਪ੍ਰਾਈਵੇਟ ਓਨਰਸ਼ਿਪ ਰਾਈਟਸ ਹੈ, these are given, these are allowed. ਓਕੇ, ਸੋ ਬਾਕੀ ਬੇਟੇ ਕੁਝ ਫੈਕਚੁਅਲ ਪੁਆਇੰਟਸ ਹੈ, ਕ੍ਰੈਮਿੰਗ ਵਾਲੀਆਂ ਚੀਜ਼ਾਂ, ਇਹ ਤੁਸੀਂ ਆਪਣੇ ਆਪ ਪੜ੍ਹ ਲੈਣੀਆਂ। ਹੁਣ ਅਸੀਂ 3rd ਨੰਬਰ 'ਤੇ ਆ ਗਏ ਬਾਇਓਸਫੀਅਰ ਰਿਜ਼ਰਵਸ।
ਅੱਛਾ ਬੇਟੇ, ਬਾਇਓਸਫੀਅਰ ਰਿਜ਼ਰਵ ਨੈਸ਼ਨਲ ਪਾਰਕ ਦੇ ਨਾਲੋਂ ਵੀ ਲਾਰਜ ਸਾਈਜ਼ਡ ਏਰੀਆ, ਸੋ ਬਹੁਤ ਹੀ ਬੜੇ ਵੱਡਾ ਏਰੀਆ ਹੁੰਦਾ ਹੈ, ਨੈਸ਼ਨਲ ਪਾਰਕ ਦੇ ਨਾਲੋਂ ਵੀ ਕਈ ਗੁਣਾ ਵੱਡਾ। ਔਰ ਜੋ ਬਾਇਓਸਫੀਅਰ ਰਿਜ਼ਰਵ ਦਾ ਪ੍ਰੋਜੈਕਟ ਹੈ, ਇਟ ਵਾਸ ਸਟਾਰਟਡ ਬਾਈ ਯੂਨੈਸਕੋ, ਹੈ ਨਾ। ਯੂਨੈਸਕੋ ਦੀ ਫੁੱਲ ਫਾਰਮ ਬੇਟੇ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਤੁਹਾਡੇ ਨੋਟਸ 'ਚ ਗਿਵਨ ਹੈ, ਪੁਆਇੰਟ ਨੰਬਰ 4 ਦੇ ਵਿੱਚ ਗਿਵਨ ਹੈ। ਔਰ ਬੇਟੇ ਯੂਨੈਸਕੋ ਨੇ ਇਹ ਪ੍ਰੋਗਰਾਮ ਸਟਾਰਟ ਕੀਤਾ ਇਨ 1975, ਜਿਹਦਾ ਨਾਮ ਸੀਗਾ ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ, ਦੈਟ ਇਜ਼ ਦਾ MAB, ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ, ਜਿਹਦੇ ਅੰਡਰ ਬਾਇਓਸਫੀਅਰ ਰਿਜ਼ਰਵਸ ਦੇ ਕਨਸੈਪਟ ਬਾਰੇ ਸੋਚਿਆ ਗਿਆ। ਹੁਣ ਬੇਟੇ ਪ੍ਰੋਗਰਾਮ ਹੈ ਕੀ ਇਹ MAB ਸਟੈਂਡਸ ਫॉर ਮੈਨ ਐਂਡ ਬਾਇਓਸਫੀਅਰ। ਓਕੇ, ਅਸੀਂ ਥੋੜੀ ਜਿਹੀ ਇਹਦੇ ਤੇ ਪਹਿਲਾਂ ਤਾਂ ਡਿਸਕਸ਼ਨ ਕਰਾਂਗੇ ਕਿ ਯੂਨੈਸਕੋ ਦਾ ਇਹ ਪ੍ਰੋਗਰਾਮ ਇਹ ਕੀ ਚੀਜ਼ ਹੈ। ਦੇਖੋ, ਇਹ ਪ੍ਰੋਗਰਾਮ ਦਾ ਸਿੰਪਲ ਮੋਟਿਵ ਇਹ ਹੈ ਕਿ ਜੇ ਅੱਜ ਦੇ ਇਨਸਾਨ ਨੂੰ ਅਸੀਂ ਦੇਖੀਏ ਜੋ ਬਹੁਤ ਹੀ ਮਾਡਰਨ ਹੈ, ਜਿਹਦੀ ਲਾਈਫ 'ਚ ਗੈਜਟਸ ਦੀ ਬੜੀ ਜ਼ਿਆਦਾ ਅਵੇਲੇਬਿਲਿਟੀ ਹੈ, ਔਰ ਕਾਰਸ ਹੈ, फाइटर प्लेन्स, जेट planes, मतलब we have so many things. Our life is very very easy, and we are modern people which are having the very high amenities in the life. बट जे इंसान सिंपल ਹੁੰਦਾ ਬੇਟੇ, ਉਹਦੇ ਕੋਲ ਕੋਈ ਗੈਜਟਸ ਨਾ ਹੁੰਦੇ ਜਾਂ ਉਹਦੇ ਮਨ 'ਚ ਇੰਨਾ ਲਾਲਚ ਨਾ ਹੁੰਦਾ, ਬਹੁਤ ਜ਼ਿਆਦਾ ਓਵਰ ਐਂਬੀਸ਼ੀਅਸ ਵੀ ਨਾ ਹੁੰਦਾ, ਤੇ ਕੀ ਅੱਜ ਬਾਇਓਡਾਇਵਰਸਿਟੀ ਨੂੰ ਖਤਰਾ ਸੀਗਾ ਜਾਂ ਨਹੀਂ, ਹੈ ਨਾ ਬੇਟੇ। ਇਹ ਜਾਣਨ ਦੇ ਲਈ ਇੱਕ ਪ੍ਰੋਗਰਾਮ ਚਲਾਇਆ ਗਿਆ, ਔਰ ਕੁਝ ਇਸ ਤਰ੍ਹਾਂ ਦੇ ਰੂਰਲ ਪੀਪਲ ਜੋ ਟਰਾਈਬਲ ਪੀਪਲ ਹੈ ਚੁਣੇ ਗਏ, ਜੋ ਆਲਰੇਡੀ ਜੰਗਲਾਂ 'ਚ ਹੀ ਰਹਿ ਰਹੇ, ਔਰ ਬੜੇ ਉਹਨਾਂ ਨੂੰ ਉਸ ਜੰਗਲ ਦਾ ਪਾਰਟ ਹੀ ਮੰਨਿਆ ਗਿਆ, ਯਾਨੀ ਕਿ ਮੈਨ ਐਂਡ ਬਾਇਓਸਫੀਅਰ, ਕਿ ਜੇ ਹਿਊਮਨਸ ਨੂੰ ਵੀ ਅਸੀਂ ਜਸਟ ਸਪੀਸ਼ੀਜ਼ ਦੇ ਤੌਰ 'ਤੇ ਲਈਏ ਔਰ ਉਹਨੂੰ ਜੰਗਲ ਦੇ ਵਿੱਚ ਇੱਕ ਸਪੀਸ਼ੀਜ਼ ਦੀ ਤਰ੍ਹਾਂ ਹੀ ਅਸੀਂ ਕੰਜ਼ਰਵ ਕਰੀਏ, ਤੇ ਫਿਰ ਸਟੱਡੀ ਕਰਦੇ ਆ ਕਿ ਕੀ ਇਸ ਕੰਜ਼ਰਵੇਸ਼ਨ ਸਟ੍ਰੈਟਜੀ ਜਾਂ ਪ੍ਰੋਗਰਾਮ ਦੇ ਵਿੱਚ ਕੀ ਬਦਲਾਅ ਦੇਖਣ ਨੂੰ ਮਿਲਦਾ। ਓਕੇ, ਸੋ ਬੇਟੇ ਬਾਇਓਸਫੀਅਰ ਰਿਜ਼ਰਵ ਮੈਂ ਦੱਸ ਰਿਹਾ ਸੀਗਾ ਕਿ ਕਾਫੀ ਲਾਰਜ ਸਾਈਜ਼ਡ ਨੈਚੁਰਲ ਹੈਬਿਟੈਟ ਹੈ, ਜਿਹਨੂੰ ਅਸੀਂ ਕੰਜ਼ਰਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਬੇਟੇ ਕਿਸੇ ਵੀ ਬਾਇਓਸਫੀਅਰ ਰਿਜ਼ਰਵ ਨੂੰ 3 ਜ਼ੋਨਸ 'ਚ ਡਿਫਰੈਂਸ਼ੀਏਟ ਕੀਤਾ ਜਾਂਦਾ। ਸਭ ਤੋਂ ਬਾਹਰ ਵਾਲਾ ਜ਼ੋਨ ਜਿਹਨੂੰ ਅਸੀਂ ਬੋਲਦੇ ਹਾਂ ਮੈਨੀਪੂਲੇਸ਼ਨ ਜ਼ੋਨ, ਕੀ ਬੋਲਦੇ ਹਾਂ ਮੈਨੀਪੂਲੇਸ਼ਨ ਜ਼ੋਨ, ਔਰ ਇਹ ਜ਼ੋਨ ਹੈ ਜਿੱਥੇ ਬੇਟੇ ਟਰਾਈਬਲ ਜੋ ਪੀਪਲ ਹੈ ਉਹਨਾਂ ਦੇ ਹਾਊਸਿਸ ਹੈ। ਇਹ ਦੇਖੋ ਇਹਨਾਂ ਦੀਆਂ ਜਿਹੜੀਆਂ ਅਸੀਂ ਹਟਸ ਡਰਾ ਕਰ ਰਹੇ ਹਾਂ ਜਿੱਥੇ ਲੋਕ ਰਹਿ ਰਹੇ, ਇਹ ਸਾਰਾ ਜੰਗਲ ਹੀ ਹੈ, ਲੇਕਿਨ ਇਹਦੇ ਅੰਦਰ ਇਨਸਾਨ ਵੀ ਰਹਿ ਰਿਹਾ। ਔਰ ਬੇਟੇ ਇਹ ਵਾਲੀ ਜੋ ਲੋਕ ਇਸ ਜੰਗਲ ਦੇ ਅੰਦਰ ਹੈ, ਸਮਝ ਲਓ ਕਿ ਇਹ ਬਾਹਰ ਇੱਕ ਬਾਉਂਡਰੀ ਹੈ ਜਿੱਥੇ ਕੋਈ ਗੇਟ ਹੋਏਗਾ, ਔਰ ਮਤਲਬ ਇੱਧਰੋਂ ਦੀ ਇੱਕ ਪ੍ਰੋਪਰ ਵਾਰਡਨ ਦਾ ਆਫਿਸ ਹੈ ਜਿੱਥੋਂ ਤੁਸੀਂ ਪਰਮਿਸ਼ਨ ਲੈ ਕੇ ਅੰਦਰ ਜਾ ਸਕਦੇ ਹੋ, ਔਰ ਯਾਨੀ ਕਿ ਇਸ ਜੰਗਲ ਦੇ ਅੰਦਰ ਜਾਣਾ ਆਮ ਬੰਦੇ ਲਈ ਅਲਾਉਡ ਨਹੀਂ ਹੈ। ਔਰ ਜਿਹੜੇ ਲੋਕ ਅੰਦਰ ਰਹਿ ਰਹੇ ਬੇਟੇ ਇਸ ਜੰਗਲ ਦਾ ਪਾਰਟ ਹੈ ਨਾ, ਦੂਸਰੀਆਂ ਸਪੀਸ਼ੀਜ਼ ਦੀ ਤਰ੍ਹਾਂ ਇਹਨਾਂ ਨੂੰ ਵੀ ਅਸੀਂ ਕੰਜ਼ਰਵ ਕਰ ਲਿਆ, ਔਰ ਇੱਕ ਪਰਟੀਕੂਲਰ ਰਾਈਟ ਵੀ ਇਹਨਾਂ ਲੋਕਾਂ ਕੋਲ ਹੈ ਵੀ ਮਤਲਬ ਇਹ ਇਸ ਜੰਗਲ ਦੇ ਵਿੱਚ ਕਿਸੇ ਵੀ ਸਪੀਸ਼ੀਜ਼ ਦੇ ਨਾਲ ਇੰਟਰੈਕਟ ਕਰ ਸਕਦੇ ਆ। ਇੰਟਰੈਕਟ ਕਰਨ ਦਾ ਮੀਨਿੰਗ ਹੈ ਵੀ ਕਿਸੇ ਦਾ ਸ਼ਿਕਾਰ ਵੀ ਕਰ ਸਕਦੇ ਆ, ਔਰ ਕੋਈ ਦੂਸਰੀ ਸਪੀਸ਼ੀਜ਼ ਇਹਨਾਂ ਦਾ ਵੀ ਸ਼ਿਕਾਰ ਕਰ ਸਕਦੀ ਹੈ ਬੇਟੇ, ਇਹਦੇ 'ਚ ਸਾਡਾ ਕੋਈ ਇੰਟਰਫੇਰੈਂਸ ਨਹੀਂ ਰਹੇਗਾ। ਯਾਨੀ ਕਿ ਜਿਹੜੀ ਮਰਜ਼ੀ ਸਪੀਸ਼ੀਜ਼ ਨੂੰ ਇਹ ਵੀ ਕਿਲ ਕਰ ਸਕਦੇ ਆ, ਔਰ ਜਿਹੜੀ ਮਰਜ਼ੀ ਸਪੀਸ਼ੀਜ਼ ਇਹਨਾਂ ਨੂੰ ਵੀ ਮਾਰ ਸਕਦੀ ਹੈ, ਕਿਉਂਕਿ ਇਹ ਇਸ ਜੰਗਲ ਦਾ ਪਾਰਟ ਹੈ। ਜੰਗਲ ਦਾ ਕਾਨੂੰਨ ਹੈ ਜੋ ਇਹਨਾਂ ਦੇ ਉੱਪਰ ਹੀ ਉਨਾ ਹੀ ਐਪਲੀਕੇਬਲ ਹੋਏਗਾ ਜਿੰਨਾ ਕਿ ਬਾਕੀ ਦੀਆਂ ਸਪੀਸ਼ੀਜ਼ ਉੱਪਰ ਹੈ। ਔਰ ਬੇਟੇ ਮੈਨੀਪੂਲੇਸ਼ਨ ਜ਼ੋਨ ਕਿਉਂ ਬੋਲਦੇ हैं, ਕਿਉਂਕਿ ਆਪਣੇ ਹਾਊਸਿਸ ਦੇ ਕੋਲ ਬੜੇ ਛੋਟੇ ਛੋਟੇ ਏਰੀਆਜ਼ ਇਹ ਕਲੀਅਰ ਕਰਕੇ ਉੱਥੇ ਫਿਰ ਖੇਤੀਬਾੜੀ ਵੀ ਕਰਦੇ ਆ, ਉੱਥੇ ਪਲਾਂਟਸ ਨੂੰ ਉਗਾਉਂਦੇ ਆ, ਔਰ ਆਪਣੀ ਸਮਝ ਬੂਝ ਦੇ ਨਾਲ ਆਪਣੀ ਫੈਮਲੀਜ਼ ਨੂੰ ਬੜੇ ਇਹ ਪਾਲਦੇ ਆ। ਹੁਣ ਬੇਟੇ ਇਹ ਵਾਲਾ ਜੋ ਦੇਖੋ ਸੈਕਿੰਡ ਜ਼ੋਨ ਅਸੀਂ ਜਿਹਦੀ ਗੱਲ ਕਰ ਰਹੇ ਹਾਂ, ਦਿਸ ਇਜ਼ ਦਾ ਬਫਰ ਜ਼ੋਨ। ਦੇਖੋ ਇੱਕ ਵਾਰੀ ਤੁਸੀਂ ਆਪਣੇ ਨੋਟਸ 'ਚ ਇਹ ਵਾਲੇ ਜ਼ੋਨਸ ਦੇ ਨੇਮਸ ਵੀ ਦੇਖ ਸਕਦੇ ਹੋ। ਦਿਸ ਇਜ਼ ਦਾ ਬਫਰ ਜ਼ੋਨ। ਸੋ ਬਫਰ ਜ਼ੋਨ ਕਿਉਂ ਬੋਲਦੇ ਆ ਇਹਨੂੰ, ਚਲੋ ਪਹਿਲਾਂ ਅਸੀਂ ਥਰਡ ਵਾਲੇ ਜ਼ੋਨ ਨੂੰ ਵੀ ਲੇਬਲ ਕਰ ਲੈਂਦੇ ਹਾਂ, ਦਿਸ ਇਜ਼ ਦਾ ਕੋਰ ਜ਼ੋਨ। ਤਾਂ ਬੇਟੇ ਕੋਰ ਜ਼ੋਨ ਦੇ ਵਿੱਚ ਜਿਹੜੀਆਂ ਸਪੀਸ਼ੀਜ਼ ਹੈ ਸਭ ਤੋਂ ਜ਼ਿਆਦਾ ਸੇਫ ਹੈ, ਕਿਉਂਕਿ ਇਹ ਬਹੁਤ ਹੀ ਡੀਪ
ਏਰੀਆ ਜੰਗਲ ਦਾ, ਜੇ ਮੈਨੀਪੂਲੇਸ਼ਨ ਜ਼ੋਨ ਵਾਲੇ ਲੋਕ ਇੱਥੋਂ ਦੀ ਚੱਲਣਾ ਸ਼ੁਰੂ ਕਰਦੇ ਆ ਕੋਈ ਚੀਜ਼ਾਂ ਦੀ ਕਲੈਕਸ਼ਨ ਦੇ ਲਈ ਜਾਂ ਸਪੀਸ਼ੀਜ਼ ਦੇ ਪ੍ਰੋਡਕਟਸ ਗੇਨ ਕਰਨ ਦੇ ਲਈ, ਤਾਂ ਬੜੇ ਮਸਾਂ ਹੀ ਉਹ ਬਫਰ ਜ਼ੋਨ ਤੱਕ ਹੀ ਪਹੁੰਚ ਪਾਉਂਦੇ ਆ ਕਿ ਸਾਰਾ ਦਿਨ ਖਤਮ ਹੋ ਜਾਂਦਾ। ਔਰ ਜੰਗਲ 'ਚ ਬੜੇ ਦੂਰ ਕਿਤੇ ਜਾ ਕੇ ਰਾਤ ਰੁਕਣ ਦਾ ਮੀਨਿੰਗ ਹੈ ਕਿ ਅਸੀਂ ਕਾਰਨੀਵੋਰਸ ਦੀ ਜੋ ਡਾਈਟ ਹੈ ਉਹਦਾ ਪਾਰਟ ਬਣਨ ਵਾਲੇ ਆ, ਹੈ ਨਾ ਬੇਟੇ। ਸੋ ਕਹਿਣ ਦਾ ਮੀਨਿੰਗ ਹੈ ਬੇਟੇ ਰਾਤ ਰੁਕਣਾ ਸੰਜੋਗੀ ਸ਼ਿਕਾਰ ਹੋਣਾ। ਇਸ ਕਰਕੇ ਜਿਹੜੇ ਲੋਕ ਟ੍ਰਾਈਬਲ ਪੀਪਲ ਹੈ ਇਹ ਉਸ ਜਗ੍ਹਾ ਤੋਂ ਵਾਪਸ ਮੁੜਨਾ ਹੀ ਬੈਟਰ ਸਮਝਦੇ ਆ ਔਰ ਬਫਰ ਜ਼ੋਨ ਤੋਂ ਵਾਪਸ ਕਿਹੜੇ ਜ਼ੋਨ ਤੱਕ ਆ ਜਾਂਦੇ ਆ, ਮੈਨੀਪੂਲੇਸ਼ਨ ਜ਼ੋਨ ਤੱਕ ਹੀ। ਸੋ ਜੇ ਬੇਟੇ ਕੋਈ ਇੱਥੋਂ ਵਾਪਸ ਨਹੀਂ ਆ ਪਾਉਂਦਾ ਤੇ ਉਹ ਸ਼ਾਇਦ ਹੀ ਕਦੀ ਵਾਪਸ ਆਏ, ਕਿਉਂਕਿ ਮੈਂ ਦੱਸ ਰਿਹਾ ਸੀਗਾ ਕਿ ਨਾਈਟ ਟਾਈਮ ਤੇ ਜੋ ਪ੍ਰੀਡੇਟਰਸ ਹੈ ਟੌਪ ਕਾਰਨੀਵੋਰਸ ਹੈ ਦੇ ਆਰ ਵੈਰੀ ਐਕਟਿਵ ਐਂਡ ਉਹ ਪ੍ਰੀਡੇਸ਼ਨ ਕਰਦੇ। ਸੋ ਬੇਟੇ ਬਫਰ ਜ਼ੋਨ ਦਾ ਮੀਨਿੰਗ ਇਹ ਹੈ ਵੀ ਇਹ ਫਿਰ ਵੀ ਮੈਨੀਪੂਲੇਸ਼ਨ ਜ਼ੋਨ ਦੇ ਨਾਲੋਂ ਸੇਫ ਹੈ ਲੇਕਿਨ ਕੋਰ ਦੇ ਨਾਲੋਂ ਅਨਸੇਫ ਹੈ, ਯਾਨੀ ਕਿ ਇਹ ਬਫਰ ਹੈ ਨਾ, ਜਿੱਥੇ ਦੋਨੋਂ ਏਰੀਆਜ਼ ਦੇ ਆਰਗੇਨਿਜ਼ਮਸ ਆ ਕੇ ਮਿਲਦੇ ਆ ਐਂਡ ਦੇ ਸ਼ੋ ਇੰਟਰੈਕਸ਼ਨਸ ਵਿਦ ਈਚ ਅਦਰ। So which one is the most protected part of this biosphere reserve? This is the core zone. ਜਿਹੜੀਆਂ ਸਪੀਸ਼ੀਜ਼ ਕੋਰ ਜ਼ੋਨ 'ਚ ਪ੍ਰੈਜ਼ੈਂਟ ਹੈ ਮੌਜੂਦ ਹੈ ਸਮਝੋ ਉਹ ਸਭ ਤੋਂ ਜ਼ਿਆਦਾ ਸੇਫ ਮੰਨੀਆਂ ਜਾਂਦੀਆਂ। ਹੁਣ ਬੇਟੇ ਇਹ ਜੋ ਪ੍ਰੋਗਰਾਮ ਅਸੀਂ ਦੇਖਿਆ ਯੂਨੈਸਕੋ ਨੇ ਚਲਾਇਆ, ਇਹਦੇ ਰਿਜ਼ਲਟਸ ਵੀ ਬੜੇ ਆਊਟਸਟੈਂਡਿੰਗ ਆਏ ਔਰ ਰਿਜ਼ਲਟਸ ਦੇ ਵਿੱਚ ਮਹਿਸੂਸ ਕੀਤਾ ਗਿਆ ਕਿ ਜਿਹੜੇ ਲੋਕ ਹੈ ਇਹਨਾਂ ਦੇ ਕਾਰਨ ਨੈਚੁਰਲ ਹੈਬਿਟੇਟਸ ਬਿਲਕੁਲ ਵੀ ਡਿਸਟਰਬ ਨਹੀਂ ਹੋਏ, ਉਲਟਾ ਉਹਨਾਂ ਦੀ ਮੇਨਟੇਨੈਂਸ ਬਣੀ ਰਹੀ ਔਰ ਮੀਨਸ ਕਿ ਜੋ ਮਾਡਰਨ ਲਾਈਫ ਹੈ ਬੇਟੇ ਇਹ ਜ਼ਰੂਰ ਇਹਦੇ ਨਾਲ ਸਾਡੀ ਜ਼ਿੰਦਗੀ ਤਾਂ ਆਸਾਨ ਹੋ ਗਈ ਲੇਕਿਨ ਅਸੀਂ ਦੂਸਰੀਆਂ ਜਿਹੜੀਆਂ ਸਪੀਸ਼ੀਜ਼ ਹੈ ਉਹਨਾਂ ਦੇ ਦੁਸ਼ਮਣ ਵੀ ਬਣ ਗਏ, ਉਹਨਾਂ ਦਾ ਨੁਕਸਾਨ ਕਰੀ ਜਾ ਰਹੇ। ਸੋ ਮੀਨਸ ਕਿ ਸੋ ਬੇਟੇ ਇਹ ਜੋ ਚੀਜ਼ ਹੈ ਠੀਕ ਹੈ ਅਸੀਂ ਸਮਝੀ ਲੇਕਿਨ ਅਸੀਂ ਕਰ ਕੀ ਸਕਦੇ ਹਾਂ, ਆਪਣੀ ਮਾਡਰਨ ਲਾਈਫ ਤਾਂ ਛੱਡ ਨਹੀਂ ਸਕਦੇ। ਇਹ ਤਾਂ ਹੈ ਨਹੀਂ ਵੀ ਅਸੀਂ ਟ੍ਰਾਈਬਲ ਪੀਪਲ ਬਣ ਜਾਣਾ, ਬਟ ਫਿਰ ਵੀ ਇੱਕ ਰਿਅਲਾਈਜ਼ ਅਸੀਂ ਜ਼ਰੂਰ ਕਰਦੇ ਹਾਂ ਕਿ ਦੂਸਰੀਆਂ ਸਪੀਸ਼ੀਜ਼ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਹੀ ਡਿਸਟਰਬ ਕੀਤਾ ਜਾਏ। ਸੋ ਬੇਟੇ ਦੇਖੋ ਤੁਹਾਡੇ ਨੋਟਸ 'ਚ ਵੀ ਇਸ ਤਰ੍ਹਾਂ ਦੀ ਡਾਇਗਰਾਮ ਮੈਂ ਐਡ ਕੀਤੀ ਹੈ ਔਰ ਬਾਹਰ ਵਾਲੇ ਜ਼ੋਨ 'ਚ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਹਾਊਸਿਸ ਵੀ ਦਿਖਾਈ ਦੇ ਰਹੇ। ਸੋ ਦਿਸ ਇਜ਼ ਦਾ ਟ੍ਰਾਂਜੀਸ਼ਨ ਜ਼ੋਨ, ਦੈਨ ਦਾ ਬਫਰ ਜ਼ੋਨ ਐਂਡ ਦਾ ਲਾਸਟ ਵਨ ਇਜ਼ ਅ ਕੋਰ ਜ਼ੋਨ। ਸੋ ਬਹੁਤ ਹੀ ਬੜੇ ਸਿੰਪਲ ਤਰੀਕੇ ਨਾਲ ਹਰ ਚੀਜ਼ ਨੋਟਸ ਐਡ ਕੀਤੀ ਗਈ ਹੈ। ਸੋ ਸੁੰਦਰਬਨਸ ਵੀ ਬੜੇ ਕਾਫੀ ਫੇਮਸ ਬਾਇਓਸਫੀਅਰ ਰਿਜ਼ਰਵ ਹੈ ਇੰਡੀਆ ਦਾ, ਇਹਦੇ ਬਾਰੇ ਕੁਝ ਫੈਕਟਸ ਵੀ ਮੈਂ ਇੱਥੇ ਲਿਖੇ ਆ, ਤੁਸੀਂ ਜ਼ਰੂਰ ਪੜ੍ਹ ਲੈਣੇ। ਸੋ ਦੈਨ ਦਾ ਸੈਕਰਡ ਗਰੋਵਸ ਐਂਡ ਸੈਕਰਡ ਲੇਕਸ। ਦੇਖੋ ਸੈਕਰਡ ਦਾ ਮੀਨਿੰਗ ਹੈ ਪਵਿੱਤਰ ਔਰ ਬੇਟੇ ਤੁਸੀਂ ਮੰਨ ਲਓ ਇੱਕ ਜੰਗਲ 'ਚ ਵਿਜ਼ਿਟ ਕੀਤਾ ਔਰ ਵਿਜ਼ਿਟ ਜਿੱਥੋਂ ਮੰਨ ਲਓ ਤੁਹਾਡੇ ਜੰਗਲ ਦਾ ਸਟਾਰਟ ਹੋ ਰਿਹਾ ਉੱਥੇ ਤੁਹਾਨੂੰ ਇੱਕ ਆਦਮੀ ਮਿਲਦਾ ਔਰ ਤੁਹਾਨੂੰ ਇੱਕ ਉਹ फैक्ट ਦੱसदा कहता जी ये जो जंगल है इस जंगल में जाके आप किसी की चीज़ को तोड़ना मत, है ना। मतलब वो ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਇਸ ਜੰਗਲ ਨੂੰ ਇੱਕ ਸ਼ਰਾਪ ਹੈ ਕਿ ਜਿਸ ਇਨਸਾਨ ਨੇ ਵੀ ਅੰਦਰ ਜਾ ਕੇ ਕਿਸੇ ਜਾਨਵਰ ਨੂੰ ਮਾਰਿਆ ਜਾਂ ਪੇੜ ਪੌਦੇ ਦਾ ਨੁਕਸਾਨ ਕੀਤਾ ਉਹ ਜ਼ਿੰਦਾ ਨਹੀਂ ਬਚਦਾ, ਉਹ ਮਾਰਿਆ ਜਾਂਦਾ ਹੈ। ਇਹ ਬਹੁਤ ਪਵਿੱਤਰ ਜੰਗਲ ਹੈ ਜਾਂ ਇਹ ਹੈ ਉਹ ਹੈ, ਕੁਛ ਨਾ ਕੁਛ ਉਹਦੇ ਨਾਲ ਲਾ ਕੇ ਤੁਹਾਨੂੰ ਕਹਾਣੀ ਜ਼ਰੂਰ ਸੁਣਾਏਗਾ। तो बेटे तुसी भी जो अंदर जाओगे सोचोगे डरोगे कि यार मैं ना ही ਨੂੰ ਟੱਚ ਕਰਾਂ ਕਿਸੇ ਚੀਜ਼ ਨੂੰ, ਹੈ ਨਾ। ਤੁਸੀਂ ਕਿਸੇ ਪਲਾਂਟ ਦਾ ਲੀਫ ਤੱਕ ਨਹੀਂ ਤੋੜੋਗੇ, ਤੁਹਾਨੂੰ ਲੱਗੇਗਾ ਮਨ 'ਚ ਇੱਕ ਫੀਅਰ ਫੈਕਟਰ ਹੈ। ਸੋ ਇਨਸਾਨ ਬੜੇ ਉਸ ਚੀਜ਼ ਤੋਂ ਡਰਦਾ ਹੈ ਜਿਹੜੀ ਉਹਨੂੰ ਦਿਖਾਈ ਨਹੀਂ ਦਿੰਦੀ, ਹੈ ਨਾ। ਸੋ ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਵਹਿਮ ਭਰਮ 'ਚ ਪੈ ਹੀ ਜਾਂਦੇ ਹਾਂ ਔਰ ਜਿਹੜੇ ਸਾਡੇ ਪੂਰਵਜ ਸੀ ਬੜੇ ਸਿਆਣੇ ਸੀ ਉਹਨਾਂ ਨੇ ਸੋਚਿਆ ਵੀ ਯਾਰ ਜਿਹੜੇ ਇਹ ਜੰਗਲ ਬੜੇ ਸੈਂਸਿਟਿਵ ਹੈ ਇਹਨਾਂ ਨੂੰ ਇੱਦਾਂ ਡਿਕਲੇਅਰ ਕਰ ਦਿਓ ਕਿ ਬਹੁਤ ਹੀ ਸੈਕਰਡ ਹੈ, ਇਹਨਾਂ ਦੀ ਪੂਜਾ ਕੀਤੀ ਜਾਏ, ਇਹਨਾਂ ਦੀ ਸੰਭਾਲ ਕੀਤੀ ਜਾਏ ਔਰ ਇਨਸਾਨ ਇਹਨਾਂ ਦੇ ਅੰਦਰ ਜਾ ਕੇ ਕੋਈ ਛੇੜਖਾਨੀ ਨਾ ਕਰੇ ਜਿਸ ਕਰਕੇ ਇਕੋ ਸਿਸਟਮ ਜਿਹੜਾ ਡਿਸਟਰਬ ਨਾ ਹੋਵੇ। ਔਰ ਬੇਟੇ ਇਹਨਾਂ ਨੂੰ ਕੀ ਡਿਕਲੇਅਰ ਕਰ ਦਿੱਤਾ ਗਿਆ, ਸੈਕਰਡ ਫੋਰੈਸਟ। ਔਰ ਬੜੇ ਸਾਇੰਸ ਦੇ ਫੈਕਟਸ ਇਹ ਵੀ ਬੋਲਦੇ ਆ ਵੀ ਸਭ ਤੋਂ ਜ਼ਿਆਦਾ ਪ੍ਰੋਟੈਕਟਡ ਜਿਹੜੇ ਜੰਗਲ ਅੱਜ ਤੱਕ ਹੈ ਉਹ ਇਹੋ ਹੀ ਹੈ ਜਿਨ੍ਹਾਂ 'ਚ ਹਿਊਮਨਸ ਦੀ ਮੈਨੀਪੂਲੇਸ਼ਨਸ ਨਹੀਂ ਮਹਿਸੂਸ ਕੀਤੀਆਂ ਗਈਆਂ। ਸੋ ਇਸ ਕਰਕੇ ਬੇਟੇ ਸੈਕਰਡ ਡਿਕਲੇਅਰ ਕਰਨਾ ਗੁੱਡ ਆਈਡੀਆ ਹੈ ਨਾ। ਇੱਕ ਸਾਹਮਣੇ ਵਾਲੇ ਨੂੰ ਇਸ ਤਰ੍ਹਾਂ ਦਾ ਵਹਿਮ ਪਾ ਲਓ ਕਿ ਉਹ ਇਹਦੇ ਅੰਦਰ ਜਾ ਕੇ ਕੋਈ ਵੀ ਕਿਸੇ ਕਿਸਮ ਦੀ ਡਿਸਟਰਕਸ਼ਨ ਕਰਨ ਦੀ ਸੋਚੇ ਹੀ ਨਾ। ਸੋ ਇਸ ਤਰ੍ਹਾਂ ਦੇ ਬੜੇ ਬਹੁਤ ਸਾਰੇ ਏਰੀਆ ਸਾਡੇ ਦੇਸ਼ 'ਚ ਵੀ ਮਿਲਦੇ ਆ। ਓਬਵੀਅਸਲੀ ਸਾਡਾ ਜੋ ਦੇਸ਼ ਹੈ ਬੜੇ ਇੱਥੇ ਤਾਂ ਵੈਸੇ ਹੀ ਦੇਖੋ ਇਸ ਤਰ੍ਹਾਂ ਦੇ ਸੁਪਰਸਟੀਸ਼ਨਸ ਤਾਂ ਬਹੁਤ ਹੀ ਜ਼ਿਆਦਾ ਉਹ ਲੋਕ ਵਹਿਮਾਂ ਭਰਮਾਂ ਦੇ ਬਹੁਤ ਜ਼ਿਆਦਾ ਸ਼ਿਕਾਰ ਹੈਗੇ। ਇਸ ਕਰਕੇ ਸਾਡੇ ਦੇਸ਼ 'ਚ ਇਸ ਤਰ੍ਹਾਂ ਦੇ
ਜਿਹੜੇ ਪ੍ਰੋਟੈਕਸ਼ਨ ਵਾਲਾ ਜਿਹੜਾ ਕਨਸੈਪਟ ਹੈ ਬੜਾ ਹੀ ਜ਼ਿਆਦਾ ਕੰਮ ਦਾ ਹੈ ਨਾ। ਸੋ ਇਸ ਤਰ੍ਹਾਂ ਦੇ ਏਰੀਆਜ਼ ਤਾਂ ਇੱਥੇ ਮੈਂ ਮੈਂਸ਼ਨ ਵੀ ਕੀਤਾ, ਖਾਸੀ ਐਂਡ ਜੈਂਟੀਆ ਹਿਲਸ ਇਨ ਮੇਘਾਲਿਆ ਐਂਡ ਅਰਾਵਲੀ ਹਿਲਸ ਇਨ ਰਾਜਸਥਾਨ, ਵੈਸਟਰਨ ਘਾਟਸ ਆਫ ਕਰਨਾਟਕਾ ਐਂਡ ਮਹਾਰਾਸ਼ਟਰ ਐਂਡ ਸਰਗੁਜਾ ਐਂਡ ਚੰਦਾ ਐਂਡ ਬਾਸਤਰ ਏਰੀਆਜ਼ ਆਫ ਮੱਧ ਪ੍ਰਦੇਸ਼। So Kerala ਚ ਬੜੇ hundreds of ਛੋਟੇ ਛੋਟੇ ਜੰਗਲ ਹੈ which are dedicated to the snakes called ਸਰਪ ਕਾਬੂ, ਔਰ ਬੜੇ ਇਹ ਜੋ ਜੰਗਲ ਹੈ ਨਾ ਇਹ ਕਿੰਗ ਕੋਬਰਾ ਦੇ ਲਈ ਜੰਨਤ ਮੰਨੀ ਜਾਂਦੀ ਹੈ ਨਾ। ਇੱਥੇ ਲੋਕ ਪੂਜਦੇ ਆ ਕਿੰਗ ਕੋਬਰਾ ਨੂੰ, ਉਹ ਜੇ ਕਿਸੇ ਦੇ ਘਰ 'ਚ ਬੜੇ ਕਿੰਗ ਕੋਬਰਾ ਆ ਜੇ ਉਹ ਆਪਣੀ ਸੁਸਾਇਟੀ 'ਚ ਆਪਣੇ ਫਰੈਂਡਸ ਨੂੰ ਜਾਂ ਜੋ ਰਿਲੇਟਿਵਸ ਉਹਨਾਂ ਨੂੰ ਬੁਲਾ ਕੇ ਬੜੀ ਹਿਊਜ ਪਾਰਟੀ ਕਰਦਾ ਔਰ ਸਾਰੇ ਉਹਨੂੰ ਕੰਗ੍ਰੈਚੁਲੇਟ ਕਰਦੇ ਕਿ ਬਹੁਤ ਅੱਛਾ ਜੀ ਤੁਹਾਡੇ ਘਰ ਕਿੰਗ ਕੋਬਰਾ ਨੇ ਵਿਜ਼ਿਟ ਕੀਤਾ, ਯੂ ਆਰ ਲੱਕੀ ਗਾਇ ਹੈ ਨਾ। ਤੇ ਬੜੇ ਸਾਡੇ ਘਰ 'ਚ ਆ ਜਾਏ ਤੇ ਅਸੀਂ ਤਾਂ ਉਹਦੇ ਪਿੱਛੇ ਪਿੱਛੇ ਦੌੜਦੇ ਹਾਂ ਵੀ ਕਿਸੇ ਤਰੀਕੇ ਨੂੰ ਮਾਰ ਦਈਏ ਸੀ ਬਸ। ਸੋ ਇੱਕ ਟ੍ਰੈਂਡ ਹੈ ਨਾ, ਇੱਕ ਟ੍ਰੈਂਡ ਦੀ ਗੱਲ ਹੈ ਵੀ ਉੱਥੇ ਇੱਕ ਕਲਚਰ ਬਣ ਗਿਆ ਵੀ ਨਹੀਂ ਵੀ ਜੋ ਲਿਵਿੰਗ ਆਰਗੈਨਿਜ਼ਮਸ ਹੈ ਯਾਨੀ ਕਿ ਇਹ ਪਰਟੀਕੂਲਰ ਸਪੀਸ਼ੀਜ਼ ਹੈ ਦੀ ਰਿਸਪੈਕਟ ਕਰਨੀ, ਇਹਨੂੰ ਮਾਰਨਾ ਨਹੀਂ ਹੈ। ਇਸ ਕਰਕੇ ਉੱਥੇ ਉਹ ਜਿਹੜੇ ਸੱਪ ਹੈ ਉਹ ਉਹਨਾਂ ਦੀ ਪੋਪੂਲੇਸ਼ਨ ਬੜੀ ਜ਼ਿਆਦਾ ਇੰਕਰੀਜ਼ਡ ਮੈਨਰ 'ਚ ਵੱਧ ਵੀ ਰਹੀ ਹੈ ਕਿਉਂਕਿ ਲੋਕ ਉਹਨਾਂ ਦੇ ਦੁਸ਼ਮਣ ਨਹੀਂ ਹੈ। ਓਕੇ, so Bishnois of Rajasthan have been responsible for preserving the habitats of khejuri tree. Khejuri tree ਜਿਹੜੇ ਪ੍ਰੋਸੋਪਿਸ, ਇਹਦੇ ਬਾਰੇ ਅਸੀਂ ਪੜ੍ਹਿਆ ਸੀਗਾ in the chapter I think transporting plants and root morphology 'ਚ ਵੀ ਪੜ੍ਹਿਆ ਸੀਗਾ ਕਿ ਇਹ ਪਲਾਂਟ ਫਰੀਏਟੋਫਾਈਟ ਹੈ। ਫਰੀਏਟੋਫਾਈਟ ਦਾ ਮੀਨਿੰਗ ਹੈ ਐਸਾ ਪਲਾਂਟ ਜਿਹਦਾ ਰੂਟ ਸਿਸਟਮ ਇੰਨਾ ਕੁ ਜ਼ਿਆਦਾ ਡੀਪ ਚਲੇ ਜਾਂਦਾ ਕਿ ਉਹ ਅੰਡਰਗਰਾਊਂਡ ਵਾਟਰ ਟੇਬਲ ਤੱਕ ਹੀ ਪਹੁੰਚ ਜਾਂਦਾ ਔਰ ਜ਼ਮੀਨ ਦੇ ਥੱਲੇ ਪ੍ਰੈਜ਼ੈਂਟ ਵਾਟਰ ਟੇਬਲ ਦੇ ਵਿੱਚੋਂ ਪਾਣੀ ਨੂੰ ਐਬਜ਼ੌਰਬ ਕਰਦਾ। ਸੋ ਬੇਟੇ ਇਹ ਉਹੀ ਪਲਾਂਟ ਹੈ ਪ੍ਰੋਸੋਪਿਸ। ਓਕੇ, ਸੈਕਰਡ ਲੇਕਸ ਆਰ ਵਾਟਰ ਬੋਡੀਜ਼ ਦੈਟ ਹੈਵ ਬੀਨ ਡਿਕਲੇਅਰਡ ਸੈਕਰਡ ਐਂਡ ਰਿਲੀਜੀਅਸ ਬਾਈ ਦ ਪੀਪਲ, ਸਰਵ ਟੂ ਪ੍ਰੋਟੈਕਟ ਦ ਐਕੁਆਟਿਕ ਫਲੋਰਾ ਐਂਡ ਫੌਨਾ। ਸੋ ਇਸ ਤਰ੍ਹਾਂ ਦੀ ਲੇਕ ਸਿੱਕਿਮ 'ਚ ਵੀ ਪ੍ਰੈਜ਼ੈਂਟ ਹੈ, ਖੇਸ਼ੀਆ ਪਲਰੀ ਲੇਕ, ਵਰਲਡ ਫੇਮਸ ਲੇਕ। ਸੋ ਬੇਟੇ ਇਹ ਕੁਝ ਐਗਜ਼ਾਮਪਲਸ ਮੈਂ ਦੱਸੀਆਂ ਤੁਹਾਨੂੰ, ਸਟ੍ਰੈਟਜੀਜ਼ ਦੀ ਅਸੀਂ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਪੀਸ਼ੀਜ਼ ਨੂੰ ਉਹਨਾਂ ਦੇ ਨੈਚੁਰਲ ਹੈਬੀਟੈਟ 'ਚ ਹੀ ਉਹਨਾਂ ਦਾ ਹੈਬੀਟੈਟ ਬਿਨਾਂ ਡਿਸਟਰੋਏ ਕੀਤੇ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਔਰ ਸਟ੍ਰੈਟਜੀਜ਼ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਅਰਥ ਉੱਪਰ ਉਹ ਲੋਕੇਸ਼ਨਸ ਨੂੰ ਖੋਜਿਆ ਜਿੱਥੇ ਸਭ ਤੋਂ ਜ਼ਿਆਦਾ ਪਹਿਲਾਂ ਸਪੀਸ਼ੀਜ਼ ਨੂੰ ਬਚਾਉਣ ਦੀ ਜ਼ਰੂਰਤ ਹੈ ਔਰ ਉਹ ਲੋਕੇਸ਼ਨਸ ਨੂੰ ਅਸੀਂ ਨਾਮ ਦਿੱਤਾ ਹੌਟ ਸਪੌਟਸ। ਜਿਹੜੇ ਹੌਟ ਸਪੌਟਸ ਨੇ ਇਹਨਾਂ ਦੀ ਜਗ੍ਹਾ 'ਤੇ ਨੈਸ਼ਨਲ ਪਾਰਕਸ, ਵਾਈਲਡ ਲਾਈਫ ਸੈਂਚੁਰੀਜ਼, ਬਾਇਓਸਫੀਅਰ ਰਿਜ਼ਰਵਸ ਜਾਂ ਫਿਰ ਇਹਨਾਂ ਨੂੰ ਸੈਕਰਡ ਫੋਰੈਸਟ ਜਾਂ ਸੈਕਰਡ ਲੇਕਸ ਡਿਕਲੇਅਰ ਕਰਨ ਦੀਆਂ ਅਲੱਗ-ਅਲੱਗ ਸਟ੍ਰੈਟਜੀਜ਼ ਅਸੀਂ ਤਿਆਰ ਕਰਦੇ ਹਾਂ। ਜਗ੍ਹਾ ਦੇ ਅਕੋਰਡਿੰਗਲੀ ਬੜੇ ਸਟ੍ਰੈਟਜੀਜ਼ ਬਣਾਈਆਂ ਜਾਂਦੀਆਂ। ਜੇ ਜਗ੍ਹਾ ਬਹੁਤ ਛੋਟੀ ਹੈ ਤਾਂ ਸੈਂਚੁਰੀ, ਜੇ ਵੱਡੀ ਹੈ ਤਾਂ ਫਿਰ ਨੈਸ਼ਨਲ ਪਾਰਕ ਐਂਡ ਜੇ ਬਹੁਤ ਵੱਡੀ ਹੈ ਤਾਂ ਫਿਰ ਬਾਇਓਸਫੀਅਰ ਰਿਜ਼ਰਵ ਐਂਡ ਜੇ ਬੇਟੇ ਉੱਥੋਂ ਦੇ ਲੋਕ ਥੋੜ੍ਹਾ ਜਿਹਾ ਲੱਗਦਾ ਹੈ ਕਿ ਸਿੰਪਲ ਹੈ, ਜ਼ਿਆਦਾ ਗੋਡ 'ਚ ਫੇਥ ਕਰਦੇ ਆ ਤੇ ਫਿਰ ਸੈਕਰਡ ਡਿਕਲੇਅਰ ਕਰਨਾ ਜ਼ਿਆਦਾ ਬੈਟਰ ਰਹੇਗਾ। ਓਕੇ ਸਟੂਡੈਂਟਸ, ਇਹ ਸੀਗਾ ਬੜੇ ਅਲੱਗ-ਅਲੱਗ ਤਰ੍ਹਾਂ ਦੀਆਂ ਸਟ੍ਰੈਟਜੀਜ਼ ਐਂਡ ਇਨ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼ ਨੂੰ ਫਿਨਿਸ਼ ਅਸੀਂ ਕਰ ਚੁੱਕੇ ਹਾਂ। ਹੁਣ ਅਸੀਂ ਨੈਕਸਟ ਲੈਕਚਰ 'ਚ ਪੜਾਂਗੇ ਐਕਸ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼ ਦੇ ਬਾਰੇ। So for the time being, you just go through the notes properly and see the facts about each and every topic. Good luck.